ਅੱਗੇ ਰੱਖ ਦੋ ਨਾ, ਅਗਲੇ ਨੂੰ ਪਾਸੇ ਨੂੰ ਕਰ ਦਿਓ। ਕਿਸੇ ਨੇ ਫੋਨ ਕੀਤਾ ਨਾ ਨਹੀਂ ਉਹ ਹੈ ਜੀ ਮੋਬਾਈਲ ਚੱਲ ਰਿਹਾ, ਹੱਥ ਰੱਖੋ ਨਾ ਉੱਤੇ ਰੱਖੋ ਮੇਰੇ ਕਿਸੇ ਦਾ ਫੋਨ ਵੱਜ ਨਹੀਂ ਆ ਉਹ ਮਾਈਕ ਕਰੇ ਆ ਮਾਈਕ ਕਿਹਦਾ ਹੈ ਜੀ ਉਹ ਆ ਵਾਲਾ ਜਿਹੜਾ ਅਟੈਚ ਕੀਤਾ ਸੀ ਨਾਲ ਆ ਕਰਿਓ ਇੱਕ ਮਿੰਟ ਬੰਦ ਕਰੀ ਦੇਖੀ ਇਹਦੇ ਨਾਲ ਹੀ ਸੀਗਾ ਕੋਈ ਚੱਕਰ ਹਾਂ ਆ ਇੱਕ ਹੋਰ ਹੈ ਇੱਥੇ ਮੋਬਾਈਲ ਤਾਂ ਨਹੀਂ ਪਿਆ ਕੋਈ ਉਰੇ ਹਾਂ ਇਹਦਾ ਬਾਬੂ ਸ਼ਾਹੀ ਦਾ ਹੈ ਕੁਝ ਸਪੀਕਰ ਬੰਦ ਕਰਾ ਦਿਓ ਇੱਕ ਵਾਰੀ ਕਰਕੇ ਆਡੀਓ ਕੱਟ ਕਰ ਦਈਏ ਬੰਦ ਬੰਦ ਕਰ ਨਹੀਂ ਉਹ ਬੰਦ ਕਰਤਾ ਤਾਂ ਵੀ ਆ ਰਹੀ ਆਵਾਜ਼ ਆ ਬੰਦ ਕਰਕੇ ਕਰਿਓ ਜੀ ਕਿੱਥੇ ਰਾਜ ਤੇ ਟਿਊਬ ਚਾਪ ਦੀ ਅੱਗੇ ਦੀ ਮੇਰੇ ਕੋਲ ਨਹੀਂ ਇਹਦਾ ਸਿਸਟਮ ਹੀ ਆਫ ਉਹ ਕਰ ਬੰਦ ਕਰ ਦੇ ਯਾਰ ਇੱਕ ਵਾਰੀ ਹੁਣ ਤਾਂ ਠੀਕ ਹੋ ਹਾਂ ਹੋ ਗਿਆ ਸਭ ਤੋਂ ਪਹਿਲਾਂ ਤੇ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਕਿ ਖੇਡ ਜਗਤ ਦੀ ਬਹੁਤ ਮਹਾਨ ਹਸਤੀ ਫਲਾਇੰਗ ਸਿੱਖ ਸਰਦਾਰ ਮਿਲਖਾ ਸਿੰਘ ਜੀ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮੈਂ ਮਹਿਸੂਸ ਕਰਦਾ ਕਿ ਇਹ ਖੇਡ ਜਗਤ ਵਾਸਤੇ, ਸਾਰੇ ਦੇਸ਼ ਵਾਸਤੇ ਔਰ ਸਾਰੀ ਸਿੱਖ ਕੌਮ ਵਾਸਤੇ ਇਹ ਬਹੁਤ ਵੱਡਾ ਘਾਟਾ, ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਓਲੰਪਿਕ ਦੀ ਫਾਈਨਲ ਦੇ ਵਿੱਚ ਪਹੁੰਚ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਇਹ ਸਰਦਾਰ ਮਿਲਖਾ ਸਿੰਘ ਹਰਾਂ ਦੇ ਹਿੱਸੇ ਆਇਆ ਸੀ ਔਰ ਸਾਰੀ ਉਮਰ ਉਹਨਾਂ ਦੀ ਜਿਹੜੀ ਆ ਉਹ ਖੇਡਾਂ ਨੂੰ ਸਮਰਪਿਤ ਰਹੀ ਆ। ਗੇਮ ਤੋਂ ਬਾਅਦ ਵੀ ਉਹ ਬਤੌਰ ਡਾਇਰੈਕਟਰ ਵੀ ਔਰ ਅਖੀਰਲੇ ਸਾਹਾਂ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਵਾਸਤੇ ਪ੍ਰੇਰਨਾ ਦਿੰਦੇ ਰਹੇ ਆ। ਸੋ ਇਹੋ ਜਿਹੀ ਮਹਾਨ ਹਸਤੀ ਦੇ ਚਲੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ। ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਪਹਿਲਾਂ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੇ ਧਰਮ ਸਪਤਨੀ ਚਲੇ ਗਏ, ਇਸ ਕਰਕੇ ਪਰਿਵਾਰ ਵਾਸਤੇ ਔਰ ਵਿਸ਼ੇਸ਼ ਤੌਰ 'ਤੇ ਮੈਂ ਕਹਿਣਾ ਚਾਹਾਂਗਾ ਕਿ ਜੀਵ ਮਿਲਖਾ ਸਿੰਘ ਵਾਸਤੇ, ਉਹਨਾਂ ਦੇ ਬਾਕੀ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ। ਪਰਮਾਤਮਾ ਸਾਰਿਆਂ ਨੂੰ ਹੌਸਲਾ ਬਖਸ਼ੇ, ਇਸ ਦੁੱਖ ਨੂੰ ਸਹਿਣ ਦਾ, ਸਦਮਾ ਸਹਿਣ ਦਾ ਬਲ ਬਖਸ਼ੇ। ਦੂਜੀ ਜਿਹੜੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ, ਸਰਕਾਰ ਨੂੰ ਬਚਾਉਣ ਵਾਸਤੇ ਜਿਸ ਨੀਵੇਂ ਪੱਧਰ ਦੇ ਉੱਤੇ ਜਾ ਕੇ ਐਮਐਲਏ ਦੀ ਖਰੀਦੋ ਫਰੋਖਤ ਕਰ ਰਹੇ ਆ, ਵੱਡੇ ਵੱਡੇ ਲਾਲਚ ਐਮਐਲਏ ਨੂੰ ਦੇ ਰਹੇ ਆ, ਇਲੀਗਲ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਵਾਰਿਸ ਆ ਉਹਨਾਂ ਨੂੰ ਸਿੱਧੀਆਂ ਜਿਹੜੀਆਂ ਕਿਸੇ ਨੂੰ ਡੀਐਸਪੀ ਦੀਆਂ, ਕਿਸੇ ਨੂੰ ਇੰਸਪੈਕਟਰ ਦੀਆਂ, ਕਿਸੇ ਨੂੰ ਨਾਇਬ ਤਹਿਸੀਲਦਾਰ ਦੀਆਂ ਵੱਡੀਆਂ ਵੱਡੀਆਂ ਨਿਯੁਕਤੀਆਂ ਦੇ ਰਹੇ ਆ। ਇਹ ਮੈਂ ਸਮਝਦਾ ਜਿੱਥੇ ਬੜੀ ਵੱਡੀ ਇੱਕ ਅਨਕਨਸਟੀਟਿਊਸ਼ਨਲ ਇਲੀਗਲ ਗੱਲ ਹੈ, ਅਨਐਥੀਕਲ ਪ੍ਰੈਕਟਿਸ ਹੈ, ਉੱਥੇ ਮੈਂ ਸਮਝਦਾ ਕਿ ਜਿਹੜੇ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਹੈ, ਜਿਹੜੇ ਇਹੋ ਜਿਹੇ ਵਧੀਆ ਅਹੁਦੇ ਪਾਉਣ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਆ, ਲਗਾਤਾਰ ਕੋਚਿੰਗ ਸੈਂਟਰਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਆ, ਵੱਖ-ਵੱਖ ਵਾਰੀ ਐਗਜ਼ਾਮੀਨੇਸ਼ਨਾਂ 'ਚ ਅਪੀਅਰ ਹੁੰਦੇ ਆ, ਇਹ ਉਹਨਾਂ ਲੱਖਾਂ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਧਰੋਹ ਹੈ। ਕਿਉਂਕਿ ਜਿਹੜੀ ਕੰਪੈਸ਼ਨੇਟ ਗਰਾਊਂਡਸ ਦੀ ਨਿਯੁਕਤੀ ਹੈ, ਇਹਦੇ ਬੜੀਆਂ ਕਲੀਅਰ ਗਾਈਡਲਾਈਨਸ ਆ। ਪਹਿਲਾਂ ਤਾਂ ਕੰਪੈਸ਼ਨੇਟ ਦਾ ਮਤਲਬ ਹੀ ਉਹ ਹੁੰਦਾ ਕਿ ਕੋਈ ਮੁਲਾਜ਼ਮ ਸਰਵਿਸ ਦੇ ਵਿੱਚ ਹੈ ਤੇ ਇਮੀਡੀਏਟਲੀ ਕਿਸੇ ਕਾਰਨ ਕਰਕੇ ਉਹਦੀ ਡੈਥ ਹੋ ਜਾਂਦੀ ਹੈ ਸਰਵਿਸ ਦੇ ਦੌਰਾਨ, ਤੇ ਜਿਹੜੇ ਤਰਸਯੋਗ ਪਰਿਵਾਰਕ ਹਾਲਾਤ ਹੁੰਦੇ ਉਸ ਵੇਲੇ ਕਿ ਪਰਿਵਾਰ ਬਿਲਕੁਲ ਕਲੈਪਸ ਨਾ ਕਰ ਜਾਵੇ ਇਕਨੋਮਿਕਲੀ, ਜੇ ਹੋਰ ਕੋਈ ਆਮਦਨ ਦਾ ਸਾਧਨ ਨਾ ਹੋਵੇ ਤੇ
ਫਿਰ ਮਹਿਕਮਾ ਕਿਸੇ ਬੱਚੇ ਦੀ ਜਾਂ ਨਿਯਮਾਂ ਦੇ ਮੁਤਾਬਕ ਜਿਹਦਾ ਹੱਕ ਬਣਦਾ ਹੋਵੇ ਉਹਦੀ ਨਿਯੁਕਤੀ ਦੀਆਂ ਜੋ ਸ਼ਰਤਾਂ ਪੂਰੀਆਂ ਕਰਦਾ ਹੋਵੇ। ਔਰ ਜੇ ਥੋੜੀ ਜਿਹੀ ਵੀ ਐਪਲੀਕੇਸ਼ਨ ਲੇਟ ਹੋ ਜਾਏ, ਪੰਜਾਬ 'ਚ ਇਹੋ ਜਿਹੇ ਲੱਖਾਂ ਕੇਸ ਹੋਣਗੇ ਕਿ ਟਾਈਮ ਬਾਹਰ ਕਰਕੇ ਉਹ ਐਪਲੀਕੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ, ਕਿਉਂਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ ਕੰਪੈਸ਼ਨੇਟ ਨਿਯੁਕਤੀ ਦਾ ਮਤਲਬ ਹੈ ਕਿ ਇਮੀਡੀਏਟਲੀ ਫੈਮਿਲੀ ਦੀ ਜਿਹੜੀ ਟ੍ਰੈਜਡੀ ਆ ਉਹਦੇ ਵਿੱਚ ਉਹਦੀ ਮਦਦ ਕਰਨਾ। ਇਹ ਰਾਈਟ ਨਹੀਂ ਹੈ ਕਿ ਜਦੋਂ ਕੋਈ ਮਰਜ਼ੀ ਆ ਕੇ ਕਲੇਮ ਕਰ ਲਓ। ਜੇ ਕਿਸੇ ਐਮਪਲਾਈ ਦਾ ਨੌਕਰੀ ਤੋਂ ਇਲਾਵਾ ਹੋਰ ਕੋਈ ਵੀ ਆਮਦਨ ਦਾ ਸਾਧਨ ਹੋਵੇ, ਭਾਵੇਂ 2 ਏਕੜ ਹੀ ਜ਼ਮੀਨ ਹੋਵੇ, ਤੇ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਦੇਖਦਾ ਰਿਹਾ ਕਿ ਬੋਰਡ ਨੂੰ ਰਿਜੈਕਟ ਕਰ ਦਿੰਦਾ ਕਿ ਐਮਪਲਾਈ ਦੀ ਡੈਥ ਜ਼ਰੂਰ ਹੋ ਗਈ ਹੈ, ਪਰ 2 ਏਕੜ 3 ਏਕੜ 4 ਏਕੜ ਜ਼ਮੀਨ ਹੈ ਪਰਿਵਾਰ ਦੀ ਉਸ ਐਮਪਲਾਈ ਦੀ, ਇਸ ਕਰਕੇ ਉਹਨਾਂ ਦਾ ਆਮਦਨ ਦਾ ਸਾਧਨ ਐਗਜ਼ਿਸਟ ਕਰਦਾ, ਇਸ ਕਰਕੇ ਆਊਟ ਆਫ ਟਰਨ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਇਸ ਤਰ੍ਹਾਂ ਦੇ ਵੀ ਹਜ਼ਾਰਾਂ ਦੇ ਜਿਹੜੇ ਆ ਉਹ ਕੇਸ ਆ। ਪਰ ਜੋ ਮਿਸਾਲ ਇਹਨਾਂ ਨੇ ਪੈਦਾ ਕੀਤੀ ਆ, ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ, ਤੇ ਘਰ ਘਰ ਨੌਕਰੀ ਤਾਂ ਨਹੀਂ ਮਿਲੀ, ਹੁਣ ਹਰ ਵਿਧਾਇਕ ਦੇ ਘਰ ਨੌਕਰੀ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰ ਲਿਆ। ਮੈਂ ਕਿਸੇ ਨੂੰ ਪੁੱਛਿਆ ਸੀ ਇਹਨਾਂ ਨੂੰ, ਮੈਂ ਕਿਹਾ ਵੀ ਤੁਸੀਂ ਇਹ ਕੀ ਕਰੀ ਜਾਂਦੇ ਹੋ? ਉਹ ਕਹਿੰਦੇ ਜੀ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕਰਦੇ ਆ। ਮੈਂ ਕਿਹਾ ਵੀ ਇਹ ਕਾਹਦਾ ਵਾਅਦਾ ਵੀ ਐਮਐਲਏ ਦੇ ਘਰਾਂ 'ਚ ਨੌਕਰੀਆਂ ਦੇਈ ਜਾਂਦੇ? ਕਹਿੰਦੇ ਐਮਐਲਏ ਇਲਾਕੇ ਦਾ ਚੁਣਿਆ ਹੋਇਆ ਸਾਂਝਾ ਬੰਦਾ ਹੁੰਦਾ, ਜਦੋਂ ਉਹਦੇ ਘਰ ਨੌਕਰੀ ਚਲੇ ਜਾਂਦੀ ਤੇ ਸਾਰਾ ਇਲਾਕਾ ਮਹਿਸੂਸ ਕਰਦਾ ਵੀ ਸਾਡੇ ਘਰੋਂ ਘਰੀ ਨੌਕਰੀ ਆ ਗਈ। ਇਸ ਕਰਕੇ ਇਹ ਸਾਜ਼ਿਸ਼ ਦੇ ਤਹਿਤ ਕਾਂਗਰਸੀਆਂ ਦੇ ਘਰਾਂ ਦੇ ਵਿੱਚ ਨੌਕਰੀਆਂ ਦੇ ਰਹੇ ਆ, ਸਾਡੇ ਬੇਰੁਜ਼ਗਾਰ ਨੌਜਵਾਨਾਂ ਦੇ ਜ਼ਖਮਾਂ ਤੇ ਨਮਕ ਛਿੜਕ ਰਹੇ। ਔਰ ਵੱਡੀ ਗੱਲ ਹੈ ਕਿ 34 ਸਾਲ ਬਾਅਦ, ਇਹ ਮੇਰਾ ਖਿਆਲ ਹੈ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਹੋਣਾ, ਇਹ ਬੱਚੇ ਉਦੋਂ ਪੈਦਾ ਨਹੀਂ ਸੀ ਹੋਏ ਜਦੋਂ ਇਹਨਾਂ ਦੇ ਦਾਦਾ ਜੀ ਚੜ੍ਹਾਈ ਕਰ ਗਏ ਸੀ। ਜਿਹੜੇ ਬੱਚਿਆਂ ਨੂੰ ਰੁਜ਼ਗਾਰ ਮਿਲ ਰਿਹਾ, ਨੌਕਰੀ ਬਣਦੀ ਸੀ ਜੇ ਉਸ ਵੇਲੇ ਜਦੋਂ ਸਰਦਾਰ ਬੇਅੰਤ ਸਿੰਘ ਹਰੀ ਚੜ੍ਹਾਈ ਕਰ ਗਏ ਸੀ, ਤੇ ਉਦੋਂ ਸਰਦਾਰ ਤੇਜ ਪ੍ਰਕਾਸ਼ ਸਿੰਘ ਹਰਾਂ ਨੂੰ ਜੇ ਲੋੜ ਹੁੰਦੀ ਤੇ ਉਹ ਨੌਕਰੀ ਉਹਨਾਂ ਨੂੰ ਦੇਣੀ ਚਾਹੀਦੀ ਸੀ। ਉਦੋਂ ਮੇਰੇ ਖਿਆਲ ਤੇਜ ਪ੍ਰਕਾਸ਼ ਸਿੰਘ ਹਰੀ ਤਾਂ ਆਪ ਨੌਕਰੀ 'ਚ ਸੀ, ਉਹ ਛੱਡ ਕੇ ਇਲੈਕਸ਼ਨ ਲੜਨ ਚਲੇ ਗਏ, ਕਿਉਂਕਿ ਕੈਬਨਿਟ ਮੰਤਰੀ ਬਣਨਾ ਸੀ, ਉਹਨਾਂ ਦੀ ਥਾਂ ਤੇ ਇਲੈਕਸ਼ਨ ਲੜਨੀ ਸੀ। ਉਦੋਂ ਤਾਂ ਜਿਹੜੇ ਨੌਕਰੀਆਂ ਤੇ ਲੱਗੇ ਸੀ ਵੱਡੀਆਂ ਵੱਡੀਆਂ ਤੇ, ਉਹ ਨੌਕਰੀਆਂ ਛੱਡ ਕੇ ਅਸਤੀਫੇ ਦੇ ਕੇ ਇਲੈਕਸ਼ਨਾਂ ਲੜ ਕੇ ਤੇ ਕੈਬਨਿਟ ਮਿਨਿਸਟਰ ਬਣ ਗਏ। ਤੇ ਹੁਣ ਅਗਲੀ ਪੀੜ੍ਹੀ ਜਿਹੜੀ ਆ, ਉਸ ਤੋਂ ਵੀ ਅਗਲੀ ਤੀਜੀ ਪੀੜ੍ਹੀ, ਉਹ ਆ ਕੇ ਹੁਣ 34 ਸਾਲਾਂ ਬਾਅਦ ਦਾਦਾ ਜੀ ਦੀਆਂ ਕੁਰਬਾਨੀਆਂ ਦਾ ਮੁੱਲ ਜਿਹੜਾ ਉਹ ਡੀਐਸਪੀ ਦੇ ਰੈਂਕ ਦੇ ਤੌਰ ਦੇ ਉੱਤੇ ਵਰਤ ਰਹੀ ਆ। ਮੈਂ ਪੁੱਛਣਾ ਚਾਹੁੰਦਾ ਵੀ ਇਹ ਕਿੱਥੋਂ ਦਾ ਇਨਸਾਫ ਹੈ? ਜੇ ਸਰਦਾਰ ਬੇਅੰਤ ਸਿੰਘ ਹਰਾਂ ਦਾ ਮੈਂ ਜ਼ਿਕਰ ਕਰਾਂ, ਉੱਤੋਂ ਤੁਸੀਂ ਬੋਰਡ ਜੇ ਉਹਨਾਂ ਦਾ ਪਰਿਵਾਰ ਦਾ ਸੰਖੇਪ ਵੇਰਵਾ ਦੇਣਾ ਹੋਵੇ, ਤੇ ਸਰਦਾਰ ਬੇਅੰਤ ਸਿੰਘ ਹਰੀ ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਧਰਮ ਸਪਤਨੀ ਬੀਬੀ ਜਸਵੰਤ ਕੌਰ ਜੀ ਕੈਬਨਿਟ ਰੈਂਕ, ਉਹਨਾਂ ਦੇ ਬੇਟੇ ਤੇਜ ਪ੍ਰਕਾਸ਼ ਜੀ ਸਾਬਕਾ ਕੈਬਨਿਟ ਮੰਤਰੀ, ਉਹਨਾਂ ਦੀ ਬੇਟੀ ਗੁਰਕਮਲ ਕੌਰ ਸਾਬਕਾ ਕੈਬਨਿਟ ਮੰਤਰੀ, ਉਹਨਾਂ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ, ਉਹਨਾਂ ਦਾ ਪੋਤਰਾ ਗੁਰਕੀਰਤ ਸਿੰਘ ਐਮਐਲਏ, ਤੇ ਉਹਨਾਂ ਦਾ ਅੱਗੋਂ ਛੋਟਾ ਕਾਕਾ ਉਹ ਡੀਐਸਪੀ ਲੱਗ ਗਿਆ। ਹੁਣ ਦੱਸੋ ਵੀ ਇਹ ਕਿਹੜੀ ਇਹੋ ਜਿਹੀ ਦੁਨੀਆ ਦੀ ਕੁਆਲੀਫਿਕੇਸ਼ਨ ਹੈ ਜਿਹਦੇ ਵਿੱਚ ਇਹ ਫਿੱਟ ਹੁੰਦੇ ਆ? ਉਧਰ ਪਾਂਡੇ ਸਾਹਿਬ ਦਾ ਕਹਿ ਲਓ, ਜੋਗਿੰਦਰਪਾਲ ਪਾਂਡੇ ਜੀ ਸਾਬਕਾ ਮੰਤਰੀ ਸੀਗੇ, ਮੁੰਡਾ ਅੱਗੋਂ 6 ਵਾਰ ਐਮਐਲਏ ਬਣ ਗਿਆ। ਮੈਂ ਪੁੱਛਣਾ ਚਾਹੁੰਦਾ, ਤੀਜਾ ਬਾਜਵਾ ਸਾਹਿਬ ਆ ਗਏ, ਉਹਨਾਂ ਦੇ ਵੀ ਦਾਦੇ ਤੋਂ ਐਮਐਲਏ ਤੋਂ ਸ਼ੁਰੂ ਹੁੰਦਾ, ਤੇ ਵੱਡੇ ਬਾਜਵਾ ਸਾਹਿਬ ਵੀ ਮੰਤਰੀ ਵੀ ਰਹਿ ਗਏ, ਐਮਪੀ ਵੀ ਹੁਣ ਇਸ ਵੇਲੇ ਹੈਗੇ, ਉਹਨਾਂ ਦੀ ਧਰਮ ਸਪਤਨੀ ਵੀ ਐਮਐਲਏ, ਫਤਿਹ ਜੰਗ ਸਿੰਘ ਵੀ ਐਮਐਲਏ। ਸਾਰੇ ਅੱਜ ਦੀ ਤਰੀਕ ਦੇ ਵਿੱਚ ਗੌਰਮੈਂਟ ਦੀ ਟਰੈਰੀ ਚੋਂ, ਵਿਧਾਨ ਸਭਾ ਦੇ ਖਾਤਿਆਂ ਚੋਂ ਤਨਖਾਹ ਡਰਾ ਕਰਦੀ ਹੈ ਸਾਰੀ ਫੈਮਿਲੀ। ਕੀ ਇਹ ਇਨਕਮ ਦਾ ਸਾਧਨ ਨਹੀਂ ਹੈ? ਲਗਾਤਾਰ ਜਿਹੜੇ ਆ ਇਹਨਾਂ ਦੀ ਫੈਮਲੀਆਂ ਜਿਹੜੀਆਂ ਬਤੌਰ ਐਮਐਲਏ ਜਾਂ ਐਮਪੀ ਵਿਧਾਨ ਸਭਾ ਦੇ ਵਿੱਚੋਂ ਜਿਹੜੀ ਆ ਉਹ ਸੈਲਰੀ ਡਰਾ ਕਰ ਰਿਹਾ ਗੌਰਮੈਂਟ ਦੀ ਟਰੈਰੀ ਦੇ ਵਿੱਚੋਂ, ਤੇ ਕੀ ਇਹ ਆਮਦਨ ਦਾ ਸਾਧਨ ਨਹੀਂ ਹੈ? ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਕੱਲ ਕੈਬਨਿਟ ਦੇ ਵਿੱਚ 5 ਮੰਤਰੀ ਸਾਹਿਬਾਨ ਦਾ ਜਿਹੜਾ ਅਖਬਾਰਾਂ ਨੇ ਛਾਪਿਆ ਵੀ ਕਾਜ਼ ਆਫ ਡੈਥ ਹੀ ਦੇਖ ਲਓ, ਵੀ ਜਿਹੜੀ ਐਫਆਈਆਰ ਦਾ ਕੱਲ ਜ਼ਿਕਰ ਹੋਇਆ ਜੁਲਾਈ
ਜਿਹੜੀ 1987 ਦਾ ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਦੇਖਣੀ ਚਾਹੀਦੀ ਸੀ ਵੀ ਝਗੜਾ ਕਿਸ ਗੱਲ ਕਰਕੇ ਸੀ। ਕਿਸੇ ਨੇ ਲਿਖਿਆ ਜ਼ਮੀਨ ਦਾ, ਕਿਸੇ ਨੇ ਲਿਖਿਆ ਤਸਕਰੀ ਦਾ। ਤੇ ਨੌਕਰੀਆਂ ਤੁਸੀਂ ਦੇ ਰਹੇ ਹੋ ਹੁਣ ਆ ਕੇ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ। ਇਸ ਕਰਕੇ ਇਹ ਪੰਜਾਬ ਦੇ ਜਿੱਥੇ ਮੈਂ ਸਮਝਦਾ ਸੰਵਿਧਾਨ ਦੇ ਨਾਲ ਬੜਾ ਵੱਡਾ ਖਿਲਵਾੜ ਹੈ, ਅਨਐਥੀਕਲ ਕੰਮ ਹੈ। ਇਹ ਐਮਐਲਏਆਂ ਦੀ ਸਿੱਧੀ ਸਿੱਧੀ ਖਰੀਦੋ ਫਰੋਖਤ ਹੈ ਜਿਹਦੇ ਤੇ ਸਰਕਾਰ ਡਿਸਮਿਸ ਹੋਣੀ ਚਾਹੀਦੀ। ਕਿਉਂਕਿ ਜਿਹੜਾ ਦਿੱਲੀ ਜਾ ਕੇ ਦੱਸ ਆਏ ਨਾ ਸਾਰੇ ਜਣੇ ਕਿ ਚੇਂਜ ਹੋਣਾ ਚਾਹੀਦਾ ਮੁੱਖ ਮੰਤਰੀ ਸੇ, ਇਹ ਉਸ ਕੁਰਸੀ ਨੂੰ ਬਚਾਉਣ ਵਾਸਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਹੋ ਰਹੀਆਂ ਨੇ। ਇਸ ਕਰਕੇ ਇਹ ਮੈਂ ਸਮਝਦਾ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰਿਆ ਗਿਆ, ਉਹਨਾਂ ਦੇ ਨਾਲ ਧਰੋਹ ਹੋਇਆ, ਵਿਸ਼ਵਾਸਘਾਤ ਹੋਇਆ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੀ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਅੱਜ ਇਸ ਗੱਲ ਤੋਂ ਬਾਅਦ ਕੱਲੀ ਉਹ ਪੂਰੀ ਨਹੀਂ ਕੀਤੀ, ਉਲਟਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਵੀ ਛਿੜਕਿਆ। ਸੋ ਇਸ ਕਰਕੇ ਮਜੀਠੀਆ ਸਾਹਿਬ ਕੋਲੇ ਬੜੀ ਲੰਬੀ ਡਾਕੂਮੈਂਟਰੀ ਸਾਰੀ ਡਿਟੇਲ ਹੈ, ਉਹ ਦੱਸਣਗੇ। ਤੁਸੀਂ ਇਸ ਕੁਰਸੀ ਤੇ ਨਹੀਂ ਬੈਠੋ, ਮੈਂ ਇੱਥੇ ਹੀ ਹੋ ਜਾਣਾ, ਇੱਥੇ ਹੀ ਕਰ ਲੂੰ। ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਡਾਕਟਰ ਚੀਮਾ ਜੀ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪਰਿਵਾਰ ਵੱਲੋਂ ਜੀਵ ਜੀ ਨਾਲ ਉਹਨਾਂ ਦੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਦੇਸ਼ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕੀਤਾ, ਸਰਦਾਰ ਮਿਲਖਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਜਿੱਥੇ ਮੈਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਉੱਥੇ ਪ੍ਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਵੀ ਕਰਦਾ ਕਿ ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਦੇ ਚਰਨਾਂ ਕਮਲਾਂ, ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਿਸ਼ ਕਰਨ। ਔਰ ਬੜੀ ਦੁਖਦਾਈ ਗੱਲ ਹੈ ਕਿ ਮਿਲਖਾ ਸਿੰਘ ਜੀ ਇੱਕ ਚਾਨਣ ਮਨਾਰਾ ਸਨ ਦੇਸ਼ ਵਾਸਤੇ, ਦੁਨੀਆ ਵਾਸਤੇ, ਨੌਜਵਾਨ ਪੀੜ੍ਹੀ ਵਾਸਤੇ। ਭਾਵੇਂ 90 ਸਾਲ ਦੇ ਸਨ, ਮਗਰ ਇੱਕ ਸੋਰਸ ਆਫ ਇੰਸਪੀਰੇਸ਼ਨ ਸੀ। ਔਰ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ। ਮੈਂ ਸਮਝਦਾ ਬਹੁਤ ਵੱਡਾ ਇਹ ਘਾਟਾ ਪਿਆ। ਦੂਜੀ ਗੱਲ, ਚੀਮਾ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਰੀ ਗੱਲਾਂ ਤੁਹਾਡੇ ਅੱਗੇ ਰੱਖੀਆਂ ਨੇ। ਮੇਰੀ ਤਾਂ ਸਭ ਤੋਂ ਪਹਿਲੇ ਹੀ ਡਿਮਾਂਡ ਹੈ ਇਹਦੇ 'ਚ ਦੈਟ ਗਵਰਨਰ ਸਾਹਿਬ ਕੋਲ ਇੱਕ ਬਹੁਤ ਵੱਡੀ ਓਪਰਚੁਨਿਟੀ ਆਈ ਹੈ ਔਰ ਹਿਸਟਰੀ ਉਹਨਾਂ ਨੂੰ ਜੱਜ ਕਰੂਗੀ ਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਜੀ ਟੇਬਲ ਦੇ ਥੱਲਿਓਂ ਕੋਈ ਪੈਸੇ ਦੇ ਗਿਆ, ਉਹਨਾਂ ਦੀ ਅੱਖਾਂ ਦੇ ਸਾਹਮਣੇ ਖਰੀਦੋ ਫਰੋਖਤ ਚੱਲ ਰਹੀ ਹੈ ਔਰ ਇਹ ਫਿੱਟ ਕੇਸ ਹੈ ਇਹ ਸਰਕਾਰ ਨੂੰ ਡਿਸਮਿਸ ਕਰਨ ਦਾ। ਸੋ ਮੈਂ ਡਿਮਾਂਡ ਕਰਦਾ ਗਵਰਨਰ ਸਾਹਿਬ ਕੋਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡਿਸਮਿਸ ਹੋਣਾ ਚਾਹੀਦਾ, ਡਿਸਮਿਸ ਗਵਰਨਰ ਸਾਹਿਬ ਨੂੰ ਕਰਨਾ ਚਾਹੀਦਾ, ਕਿਉਂਕਿ ਖਰੀਦੋ ਫਰੋਖਤ ਹੁਣ ਸਾਹਮਣੇ ਹੀ ਚੱਲ ਰਹੀ ਹੈ। ਔਰ ਕਮਾਲ ਦੀ ਗੱਲ ਇਹ ਹੋ ਗਈ, ਸ਼ਾਇਦ ਰਾਹੁਲ ਗਾਂਧੀ ਜੀ ਦਾ ਵੀ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਔਰ ਮੈਨੂੰ ਲੱਗਦਾ ਸ਼ਾਮ ਤੱਕ ਇਹ ਖਬਰ ਵੀ ਆ ਸਕਦੀ ਹੈ ਕਿ ਜੇ ਕਪਤਾਨ ਸਾਹਿਬ ਨੂੰ ਲੱਗਿਆ ਕਿ ਰਾਹੁਲ ਗਾਂਧੀ ਮੇਰੀ ਸਰਕਾਰ ਨੂੰ ਹਟਾਉਣਾ ਚਾਹੁੰਦਾ ਤੇ ਤਰਸ ਦੀ ਆਧਾਰ ਦੀ ਨੌਕਰੀ ਤਾਂ ਉਹਨੂੰ ਵੀ ਮਿਲ ਸਕਦੀ ਹੈ, ਇੰਸਪੈਕਟਰ ਦੀ ਜਾਂ ASI ਦੀ। ਹੈ ਤਾਂ ਭਾਵੇਂ ਉਹ ਨਹੀਂ ਇਸ ਕੰਮ ਦੇ ਫਿੱਟ। ਮੈਂ ਸਮਝਦਾ ਕਾਂਸਟੇਬਲ ਦੀ ਵੀ ਨੌਕਰੀ ਦੇਣੀ ਕਾਂਸਟੇਬਲ ਭਾਈਚਾਰੇ ਨੂੰ ਅਪਮਾਨਿਤ ਕਰਨ ਦੀ ਗੱਲ ਹੈ, ਕਿਉਂਕਿ ਇਹਨੇ ਆ ਕੇ ਬੇੜਾ ਕਰਕੇ ਉੱਧਰ ਵੀ ਕਰ ਦੇਣਾ। ਮਗਰ ਤੇ ਤਰਸ ਦੀ ਆਧਾਰ ਦੀ ਅਸਲ ਹੱਕਦਾਰ ਤਾਂ ਫਿਰ ਰਾਹੁਲ ਗਾਂਧੀ ਪੱਪੂ ਬਣਿਆ। ਕਮਾਲ ਦੀ ਗੱਲ ਹੋ ਗਈ। ਖਰੀਦੋ ਫਰੋਖਤ ਕੈਬਨਿਟ ਦੀ ਮੋਹਰ ਨਾਲ ਲੱਗ ਰਹੀ ਹੈ ਹੁਣ ਕਿ ਇਹਦੀ ਸਪੋਰਟ ਮਿਲ ਜੂ ਫਤਿਹ ਦੀ, ਇਹਦਾ ਮੁੰਡਾ ਲਾ ਦਿਓ ਇੰਸਪੈਕਟਰ। ਔਰ ਉਹ ਲੈਣ ਵਾਲੇ ਦੀ ਵੀ ਕਮਾਲ ਹੋ ਗਈ। ਮੈਂ ਤਾਂ ਉਹਦਾ ਮੈਂ ਕਿਉਂਕਿ ਦੇਖੋ ਵੈਸੇ ਤਾਂ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਅੱਜ ਉਹਨਾਂ ਨੇ ਭਾਵੇਂ ਮੇਰੇ ਤੇ ਤਾਂ ਬਹੁਤ ਔਖੇ ਹੋਣਾ ਸਾਰਿਆਂ ਨੇ, ਮਗਰ ਮੈਂ ਹੁਣ ਕਰਾਂ ਕਿ ਜੀ ਜਾਂ ਉਹਨਾਂ ਦੀ ਸ਼ਿਫਟ ਕਰਦਿਆਂ ਤੇ ਜਾਂ ਸੱਚਾਈ ਗੱਲ ਰੱਖਦਿਆਂ। ਮੈਂ ਤਾਂ ਕੋਈ ਹੋਰ ਨਹੀਂ, ਤੁਸੀਂ ਕੋਠੀ ਤਾਂ ਉਹਨਾਂ ਦੀ ਵੇਖੀ ਹੋਣੀ ਨੌਰਥ ਸੈਕਟਰ 'ਚ। ਤੁਹਾਡੇ ਸਭ ਦਾ ਇਹ ਜਿਹਾ ਸੁਪਨਾ ਰਹਿੰਦਾ ਕਿ ਅਸੀਂ ਵੀ ਕਿਤੇ ਇਹੋ ਜਿਹੀ ਕੋਠੀ 'ਚ ਰਹਿ ਜਾਈਏ, ਆਲੀ ਸ਼ਾਨ ਮਹੱਲ 'ਚ। ਮੈਨੂੰ ਲੱਗਦਾ ਉਹ ਕੋਠੀ ਦੀ ਤੁਸੀਂ ਵੈਲਿਊ ਕੱਢ ਲਓ ਜਾ ਕੇ ਤੇ 40-50 ਕਰੋੜ ਰੁਪਈਆ ਇੱਕੋ ਕੋਠੀ ਦੀ। ਫੋਰਗੇਟ ਐਵਰੀਥਿੰਗ ਐਲਸ। ਜਿਹੜੀ ਮੁਹਾਲੀ ਕਪਤਾਨ ਸਾਹਿਬ ਦੇ ਜੰਗਲ ਦੇ ਆਲੇ ਦੁਆਲੇ ਜਿੰਨੀ ਉਹਨਾਂ ਕੋਲ ਜ਼ਮੀਨ ਹੈ, ਕਿਉਂਕਿ ਉਹ ਉਸ ਰਿਪੋਰਟ 'ਚ ਵੀ ਇਹਨਾਂ ਦਾ ਜ਼ਿਕਰ ਆਇਆ ਸੀਗਾ, ਉਹ ਜਿਹੜੇ ਜਸਟਿਸ ਸਾਹਿਬ ਰਹੇ ਆਪਣੇ
ਜਸਟਿਸ ਕੁਲਦੀਪ ਸਿੰਘ ਜੀ ਨੇ, ਜਾਂ ਹੋਰ ਵੀ ਬੜਾ ਕੁਝ ਆਇਆ। ਔਰ ਇਲੈਕਸ਼ਨ ਉਹਨਾਂ ਨੇ ਆਪ ਦਾ ਐਫੀਡੇਵਿਟ ਫਾਈਲ ਕੀਤਾ, ਇਹਦੇ ਤੇ ਇਹਨਾਂ ਨੇ ਆਪਣੀ ਇਨਕਮ 33-34 ਕਰੋੜ ਰੁਪਈਆ ਡਿਕਲੇਅਰ ਕੀਤੀ। ਔਰ ਬਾਜਵਾ ਸਾਹਿਬ ਨੇ ਆ ਤੁਹਾਡੀ ਖਬਰ ਲੱਗੀ ਹੈ ਇੱਕ, ਦੇਖੋ ਇਹਨਾਂ ਨੂੰ ਕੌਣ ਜਾਣਦਾ ਸਭ ਤੋਂ ਚੰਗੀ ਤਰ੍ਹਾਂ, ਮੈਂ ਤਾਂ ਨਹੀਂ, ਵੈਸੇ ਸਾਡੇ ਨਾਲ ਤਾਂ ਥੋੜਾ ਅੰਮ੍ਰਿਤਸਰੋਂ ਕਾਦੀਆਂ ਦਾ ਫਰਕ ਰਹਿ ਜਾਂਦਾ, ਮਗਰ ਇਹਨਾਂ ਦੇ ਗਵਾਂਢੀ ਇਮੀਡੀਏਟ ਨੇਬਰ ਪਰਿਵਾਰ ਚੋਂ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ। ਔਰ ਇਹਨਾਂ ਦੀ ਗੱਲ ਤਾਂ ਬੜੀ ਸਹੀ ਕੀਤੀ, ਥੋੜਾ ਜਿਹਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ, ਮੈਂ ਉਹ ਗੱਲ ਤੇ ਫੇਰ ਨਹੀਂ ਜਾਂਦਾ ਕਿ ਪਹਿਲਾਂ ਤਰਸ ਦੇ ਆਧਾਰ ਤੇ ਨੌਕਰੀ ਤਾਂ ਦੇਖ ਲਈ, ਪਹਿਲਾਂ ਇਹ ਤਾਂ ਵੇਖ ਲਓ ਕਿ ਹੋਇਆ ਕੀ ਸੀ। ਔਰ ਨਹੀਂ ਤੁਹਾਨੂੰ ਵਿਸ਼ਵਾਸ ਤੇ ਬਾਜਵਾ ਜੀ ਨੂੰ ਪੁੱਛ ਲਓ, ਸਾਰੀ ਗੱਲ ਹੀ ਦੱਸ ਦੇਣਗੇ। ਫਿਰ ਉਹਨਾਂ ਨੇ ਬਾਜਵਾ ਜੀ ਨੇ ਕਿਹਾ, ਤ੍ਰਿਪਤ ਬਾਜਵਾ ਜੀ ਨੇ, ਕਿ 3 ਕਰੋੜ ਦੀ ਤਾਂ ਇਹ ਗੱਡੀ ਤੇ ਚੜ੍ਹਦਾ, ਤੇ ਫਿਰ ਇਹ 3 ਕਰੋੜ ਦੀ ਗੱਡੀ ਤੇ ਚੜ੍ਹ ਕੇ ਆਊਗਾ ਉੱਥੇ ਥਾਣੇ। ਲੈਣ ਵਾਲੇ ਦੀ ਕਮਾਲ ਹੋ ਗਈ ਤੇ ਦੇਣ ਵਾਲੇ ਨੇ ਤਾਂ ਅੰਤ ਹੀ ਕਰਤੀ ਨਾ। ਤੇ ਹਲੇ ਵੀ ਜੇ ਗਵਰਨਰ ਸਾਹਿਬ ਡਜ਼ਨਟ ਟੇਕ ਸੂ ਮੋਟੋ ਨੋਟਿਸ, ਇਟ ਵਿਲ ਬੀ ਅ ਬਲੈਕ ਡੇ ਇਹ ਡੈਮੋਕ੍ਰੇਸੀ ਦੇ ਨਾਂ ਤੇ, ਕਿ ਸ਼ਰੇਆਮ ਹੀ ਖਰੀਦੋ ਫਰੋਖਤ ਚੱਲ ਰਹੀ ਹੈ, ਸ਼ਰੇਆਮ। ਔਰ ਉਹ ਸ਼ਰੇਆਮ ਖਰੀਦੋ ਫਰੋਖਤ ਤੇ ਸੋਨੀਆ ਗਾਂਧੀ ਵੀ, ਰਾਹੁਲ ਗਾਂਧੀ ਵੀ, ਤੇ ਅਫਸੋਸ ਨਾਲ ਪੈਣਾ ਪੈਂਦਾ ਕਿ ਗਵਰਨਰ ਸਾਹਿਬ ਵੀ ਅੱਖਾਂ ਮੀਚੀ ਬੈਠੇ। ਇਹ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਦੂਜੇ ਚੀਮਾ ਸਾਹਿਬ ਨੇ ਤਾਂ ਸਾਰੀ ਫੈਮਿਲੀ ਹਿਸਟਰੀ ਦੇ ਦਿੱਤੀ, ਤੇ ਹਲੇ ਚੀਮਾ ਸਾਹਿਬ ਨੇ ਵੈਸੇ ਤਾਂ ਗੱਲ ਸਾਰੀ ਦੱਸਤੀ ਕਿ ਉਹ ਸਰਕਾਰੀ ਨੌਕਰੀ ਛੱਡ ਕੇ ਕੈਬਨਿਟ ਵਜ਼ੀਰ ਬਣ ਗਏ ਆ, ਮਗਰ ਕੀ ਤੁਸੀਂ ਇਹ ਹਿਸਾਬ ਲਾਇਆ ਕਿ ਇਹਨਾਂ ਦੇ ਘਰ 'ਚ ਪੈਨਸ਼ਨ ਕਿੰਨੀ ਜਾਂਦੀ ਹੋਣੀ ਟੋਟਲ, ਉਹਦਾ ਜੋੜ ਲਾਇਆ? ਤਰਸ ਦੇ ਆਧਾਰ ਦੀ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਉਹਦੀਆਂ ਧੱਜੀਆਂ ਉਡਾਤੀਆਂ ਇੱਕ ਸਰਕਾਰ ਬਚਾਉਣ ਦੇ ਪਿੱਛੇ। ਸੁਪਰੀਮ ਕੋਰਟ ਨੇ ਬੜੀ ਕਲੀਅਰਲੀ ਕੀ ਕਿਹਾ ਹੈ, ਜਾਂ ਸਰਕਾਰ, ਪੰਜਾਬ ਸਰਕਾਰ ਕੀ ਕਹਿੰਦੀ ਹੈ ਤਰਸ ਦੇ ਆਧਾਰ ਦਾ ਕੀ ਮਤਲਬ, ਕਿ ਜਿਹੜਾ ਤੁਹਾਡੇ ਪਰਿਵਾਰ ਦਾ ਬ੍ਰੈਡ ਅਰਨਰ ਸੀ, ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਨੈਕਸਟ ਆਫ ਕਿਨ ਨੂੰ, ਕਿਉਂਕਿ ਉਹਦੇ ਪਰਿਵਾਰ ਦੀ ਸਾਰੀ ਆਮਦਨ ਖਲੋ ਗਈ ਆ, ਉਹਦੇ ਕੋਲ ਕੋਈ ਪੈਸਾ ਨਹੀਂ ਰਹਿ ਗਿਆ 2 ਵਕਤ ਦੀ ਰੋਟੀ ਖਾਣ ਨੂੰ, ਬੱਚਿਆਂ ਦੀ ਫੀਸ ਦੇਣ ਨੂੰ, ਇਸ ਲਈ ਤੁਸੀਂ ਉਹ 'ਤੇ ਤਰਸ ਕਰੋ ਤੇ ਉਹਨੂੰ ਨੌਕਰੀ ਦਿਓ। ਇਹ ਨਹੀਂ ਕਿਹਾ ਸੀ ਕਿ ਕਰੋੜਪਤੀਆਂ ਨੂੰ ਨੌਕਰੀਆਂ ਦੇ ਦਿਓ। ਔਰ ਉਹਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਦੇ। ਔਰ ਨੈਕਸਟ ਆਫ ਕਿਨ ਨੂੰ, ਇਹ ਨਹੀਂ ਕਿ ਜਿਹੜਾ ਬੱਚਾ ਹਲੇ ਜੰਮਿਆ ਹੀ ਨਹੀਂ ਸੀ ਉਹਨੂੰ ਵੀ ਨੌਕਰੀ ਦੇ ਦਿੱਤੀ। ਮਤਲਬ ਇੱਕ ਨਵੀਂ ਪਰਿਭਾਸ਼ਾ ਕਰਤੀ ਹੈ, ਨਵੀਂ ਨਹੀਂ, ਇਹ ਤਾਂ ਕਲੀਅਰ ਕੱਟ ਕੇਸ ਆਫ ਕਰਪਸ਼ਨ ਹੈ। ਮੈਂ ਕਹਿੰਦਾ ਕਰਪਸ਼ਨ ਦਾ ਪਰਚਾ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਜਾ ਕੇ ਜੇ ਲੋਕਾਂ ਦੇ ਪ੍ਰਤੀ ਸੱਚਾ ਹੈ ਤੇ ਦਰਜ ਕਰਾਵੇ ਸਾਰੀ ਕੈਬਨਿਟ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸ਼ਰੇਆਮ ਖਰੀਦੋ ਫਰੋਖਤ ਚੱਲ ਰਹੀ ਹੈ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਦੀ ਅਸਲ ਚਿਹਰਾ ਅੱਜ ਦੁਨੀਆ ਅੱਗੇ ਨੰਗਾ ਹੋ ਰਿਹਾ। ਔਰ ਇਹ ਦੂਜੇ 2 ਜਿਹੜੇ ਲਾਏ ਆ ਭਾਈ ਸਾਹਿਬ ਬਿੱਟੂ ਜੀ ਦੇ, ਭਾਈ ਰਵਨੀਤ ਬਿੱਟੂ, ਗੱਲਾਂ ਦੇਖੋ ਕਿੱਡੀਆਂ ਵੱਡੀਆਂ ਕਰਦਾ ਦੇਸ਼ ਦੀਆਂ, ਕਿ ਔਰ ਬੇਅੰਤ ਸਿੰਘ ਜੀ ਦੀਆਂ। ਮੈਨੂੰ ਤਾਂ ਪਹਿਲਾਂ ਇਹ ਪੂਰੀ ਤਰਸ ਕਰਨਾ ਚਾਹੀਦਾ ਸੀ। ਤੇ ਜਿਹੜੇ ਇਨਕਾਊਂਟਰ ਕਿਲਿੰਗਸ ਬੇਅੰਤ ਸਿੰਘ ਦੇ ਰਾਜ 'ਚ ਹਜ਼ਾਰਾਂ ਬੱਚਿਆਂ ਦੇ ਹੋਏ, ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਤਰਸ ਕਰਨਾ ਚਾਹੀਦਾ ਸੀ। ਉਹ ਤਾਂ ਤਰਸ ਤਾਂ ਕੀਤਾ ਨਹੀਂ ਤੁਸੀਂ। ਔਰ ਜਿਹੜੇ ਪਰਿਵਾਰ ਕੋਲ ਐਡੇ ਆਲੀ ਸ਼ਾਨ ਕਰੋੜਾਂ ਰੁਪਏ ਕਰੋੜਪਤੀ ਹੋਣ, ਉਹਨਾਂ ਦੇ ਮੁੰਡੇ ਨੂੰ ਡਿਪਟੀ ਲਾਤਾ। ਮੈਂ ਅੱਗੇ ਪਾਂਡੇ ਜੀ ਆ ਗਿਆ, ਅੱਗੇ ਉਹ ਕਾਂਗੜ ਸਾਹਿਬ ਦਾ ਸਨ ਲਾ। ਹੁਣ ਪਤਾ ਲੱਗਿਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸ਼ਾਮ ਤੱਕ ਕੋਈ ਵੱਡੀ ਗੱਲ ਨਹੀਂ, ਜੇ ਰਾਹੁਲ ਗਾਂਧੀ ਦੀ ਖਬਰ ਲੱਗ ਜੂਗੀ ਕਿ ਅੱਜ ਜਨਮ ਦਿਨ ਦੀ ਖੁਸ਼ੀ 'ਤੇ, ਸਰਕਾਰ ਬਚਾਉਣ ਦੀ ਖੁਸ਼ੀ 'ਚ ਪੱਪੂ ਨੂੰ ਅਸੀਂ ਕਾਂਸਟੇਬਲ ਭਰਤੀ ਕਰਦੇ। ਮੈਂ ਮਜ਼ਾਕ ਬਣਾਤਾ ਯਾਰ। ਜਿਹੜੇ ਕਿਸਾਨ ਖੁਦਕੁਸ਼ੀ ਵਾਲੇ ਪਰਿਵਾਰ ਸੀ, ਜਿਨ੍ਹਾਂ ਦੇ ਵਾਕਈ ਤਰਸਯੋਗ ਹਾਲਾਤ ਹੈ, ਜਿਨ੍ਹਾਂ 'ਚੋਂ ਇੱਕ ਪਰਿਵਾਰ ਨਹੀਂ, ਬਰਨਾਲੇ ਦੀ ਖਬਰ ਤੁਸੀਂ ਸਾਰਿਆਂ ਨੇ ਛਾਪੀ ਸੀ, ਗ੍ਰੈਂਡਫਾਦਰ, ਫਿਰ ਫਾਦਰ, ਫਿਰ ਬੱਚਾ, ਇੱਕ ਜੀ ਨਹੀਂ ਰਹਿ ਗਿਆ, ਕੱਲੀ ਉਹ ਬਜ਼ੁਰਗ ਲੇਡੀ ਰਹਿ ਗਈ। ਉੱਤੇ ਤਰਸ ਨਾ ਆਇਆ ਤੁਹਾਨੂੰ? ਆ ਪੈਰਾ ਓਲੰਪੀਅਨਸ ਨੇ ਜਿਹੜੇ ਕਿੰਨੇ ਤੁਰੇ ਫਿਰਦੇ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ,
ਅੱਜ ਉਹ हद तक महसूस कर रहे कि साडा इलाज है वो उन्होंने आप ही करता। नौकरी ना मिलने से नाराज होकर 14 खिलाड़ियों ने CM हाउस अगे जाके आपदे मैडल मोड़न का मन बना लिया। अज शहीद ਜਿਹੜੇ किसानी अंदोलन च 500 परिवार हो गया, उन्होंने ते तुहानूं तरस ना आया। 2000 ਦੇ ਨੇੜੇ ਜਦੋਂ ਦੀ ਤੁਹਾਡੀ ਸਰਕਾਰ ਬਣੀ ਹੈ, ਜਿਨ੍ਹਾਂ ਨਾਲ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ, ਜਿਨ੍ਹਾਂ ਤਲਵੰਡੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਦੀ ਸੀ ਕਿ ਅਸੀਂ ਇਹਨਾਂ ਨੂੰ ਇੱਕ ਨੌਕਰੀ ਦੇਵਾਂਗੇ ਤਰਸ ਤੇ, 10 ਲੱਖ ਰੁਪਏ ਮਦਦ ਦੇਵਾਂਗੇ, ਕਰਜ਼ਾ ਮਾਫ ਕਰਾਂਗੇ, ਕਿ ਉਹਨਾਂ ਕਿਸਾਨਾਂ ਤੇ ਤੁਹਾਨੂੰ ਤਰਸ ਨਾ ਆਇਆ? ਅੱਜ ਇਸ ਤਰੀਕੇ ਦੀ ਅੱਜ ਪੰਜਾਬੀਆਂ ਨੂੰ ਅੱਜ ਸਾਰੇ ਅਸੀਂ ਆਪ ਸ਼ਰਮ ਮਹਿਸੂਸ ਕਰ ਰਹੇ ਹਾਂ ਕਿ ਅੱਜ ਕੀ ਜਲੂਸ ਕੱਢ ਕੇ ਰੱਖਤਾ ਪੰਜਾਬ ਦੀ ਵਿਧਾਨ ਸਭਾ ਦਾ ਕਾਂਗਰਸ ਪਾਰਟੀ ਨੇ। ਔਰ ਮੈਂ ਅੱਜ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਸਾਰੇ ਵਜ਼ੀਰਾਂ ਦੀ, MLA ਦੀ, ਮੌਜੂਦਾ ਸਰਕਾਰ ਦੀ, ਮੁੱਖ ਮੰਤਰੀ ਦੀ ਐਡੀ ਜ਼ਬਰਦਸਤ ਘੇਰਾਬੰਦੀ ਹੋਣੀ ਚਾਹੀਦੀ। ਟੀਚਰ ਜਿਨ੍ਹਾਂ ਨਾਲ ਮੈਨੀਫੈਸਟੋ ਦਾ ਵਾਅਦਾ ਸੀ ਬੇਰੁਜ਼ਗਾਰ ਅਧਿਆਪਕਾਂ ਦਾ, ਉਹ ਕੋਈ ਟੈਂਕੀ ਤੇ ਚੜ ਰਿਹਾ। ਅੱਜ ਵੀ ਸਵੇਰੇ ਕੁੱਟ ਖਾਧੀ ਹੈ ਸਿੰਗਲੇ ਦਾ ਘਰਾਓ ਕਰਨ ਵੇਲੇ ਉਹਦੀ ਗੱਡੀ ਦਾ। ਕੱਲ ਵੀ ਸਕੂਲਾਂ ਉੱਥੇ ਸਕੂਲ ਦੇ ਦਫ਼ਤਰ ਤੇ ਚੜ੍ਹੇ ਆ। ਪਟਿਆਲੇ ਰੋਜ਼ ਕੁੱਟ ਖਾ ਰਹੇ ਆ, ਬੇਇੱਜ਼ਤ ਹੋ ਰਹੇ ਆ। ਉਹਨਾਂ ਤੇ ਤਰਸ ਨਾ ਆਇਆ? ਕਿਉਂ ਨਹੀਂ ਆਇਆ? ਕਿਉਂਕਿ ਉਹਨਾਂ ਦੇ ਕਰਕੇ ਉਹ ਸਰਕਾਰ ਨੂੰ ਡੇਗਣ ਦੀ ਅੱਜ ਸਮਰੱਥਾ ਨਹੀਂ ਰੱਖਦੇ। ਭਾਵੇਂ 22 ਦੀ ਵੋਟਾਂ 'ਚ ਰੱਖਦੇ ਆ, ਮਗਰ ਕਿਉਂਕਿ ਅੱਜ ਕੇਵਲ ਤੇ ਕੇਵਲ MLA ਦੀ ਲੋੜ ਹੈ। ਸ਼ਰੇਆਮ ਕਰਪਸ਼ਨ ਕਾਂਗਰਸ ਪਾਰਟੀ ਦਾ ਅਸਲ ਚਿਹਰਾ ਦੁਨੀਆ ਅੱਗੇ ਬੇਨਕਾਬ ਹੋ ਰਿਹਾ ਕਿ ਇਹ ਹੁਣ ਲੀਗਲਾਈਜ਼ ਕਰ ਰਿਹਾ ਕਰਪਸ਼ਨ ਨੂੰ, ਔਰ ਉਸ ਤੇ ਮੋਹਰ ਲਾ ਰਿਹਾ। ਸਿਰਫ ਤੇ ਸਿਰਫ ਤੁਸੀਂ ਤਾਂ ਕੀ ਖਬਰ ਲਾਓਗੇ? ਮਤਲਬ ਵੇਖੋ ਨਾ, ਖਬਰ ਦਾ ਨਿਚੋੜ ਵੇਖੋ। ਇਹ ਨਹੀਂ ਕਿ ਸ਼ਾਮ ਨੂੰ ਫਲਾਣੇ ਦੇ ਘਰ ਬੈਗ ਪਹੁੰਚ ਗਿਆ, ਕੈਬਨਿਟ ਨਹੀਂ ਮੋਹਰ ਲਾਤੀ, ਫਲਾਣੇ ਦਾ ਮੁੰਡਾ ਇੰਸਪੈਕਟਰ ਬਣ ਗਿਆ, ਸਵੇਰੇ ਇਹ ਕਪਤਾਨ ਸਾਹਿਬ ਦੇ ਹੱਕ 'ਚ ਨਿੱਤਰੂ, ਔਰ ਨਿੱਤਰ ਵੀ ਰਹੇ। ਜਿਹੜੇ ਵਜ਼ੀਰ ਕਹਿੰਦੇ ਸੀ ਅਸੀਂ ਮੂੰਹ ਨਹੀਂ ਵੇਖਣਾ ਚਾਹੁੰਦੇ, ਉਹ ਐ ਕਤਾਰ 'ਚ ਇੱਕ ਕਤਾਰ 'ਚ ਖਲੋਤੇ ਆ। ਗੋਲ ਪੋਸਟ ਹੀ ਸ਼ਿਫਟ ਕਰਤਾ। ਰੌਲਾ ਸੀ ਮੁੱਖ ਮੰਤਰੀ ਨਾਲ ਤੇ ਪਾ ਲਿਆ ਉਹ ਸੁਰੇਸ਼ ਕੁਮਾਰ ਨਾਲ। ਉਹਦਾ ਕੀ ਲੈਣਾ ਦੇਣਾ ਭਾਈ? ਗਏ ਤਾਂ ਤੁਸੀਂ ਦਿੱਲੀ, ਮਤਲਬ ਸੁਰੇਸ਼ ਕੁਮਾਰ ਦੇ ਉਲਟ ਭੁਗਤ ਕੇ ਆਏ ਸੀ ਕਿ ਕਪਤਾਨ ਸਾਹਿਬ ਦੀ ਕਾਰਗੁਜ਼ਾਰੀ ਦੇ ਉਲਟ ਭੁਗਤ ਕੇ ਆਏ ਸੀ? ਮਤਲਬ ਲੋਕਾਂ ਦਾ ਇਸ ਤਰ੍ਹਾਂ ਮੂਰਖ ਨਹੀਂ ਬਣਾਇਆ ਜਾਣਾ। ਔਰ ਮੈਂ ਅੱਜ ਕਹਿ ਸਕਦਾ ਕਿ ਇਹ ਸਾਰੀ ਕਰਪਸ਼ਨ ਦੇ ਪਿੱਛੇ ਜੇ ਜਾਂਚ ਹੋ ਗਈ ਤੇ ਇੱਕ ਤਾਂ 3 ਮੈਂਬਰੀ ਕਮੇਟੀ, मैं तो लगता उन्होंने नहीं कहता, उन्होंने खड़गे साहब हो गए, किहड़े सी खड़गे साहब, हरीश रावत जी, अग्रवाल जी, कि ਉਹਦੇ ਤੇ ਇੰਨੇ 'ਚ ਮੰਨ ਜਾਣਾ, ਉਹਨੇ ਇੰਨੇ 'ਚ ਮੰਨ ਜਾਣਾ, ਤੂੰ ਪਾ ਦੇ ਦਾਣਾ। ਤੇ ਮੋਹਰ ਲੱਗ ਗਈ ਉੱਤੋਂ ਬੀਬੀ ਜੀ ਦੀ, ਆਸ਼ੀਰਵਾਦ ਮਿਲ ਗਿਆ। ਇਹ ਤਾਂ ਕਮਾਲ ਦੀ ਗੱਲ ਹੋ ਗਈ ਯਾਰ। ਹਾਊ ਕੈਨ ਦਿਸ ਕਾइंड ऑफ करप्शन बी टॉलरेटेड इन टुडेज वर्ल्ड? सो आई डिमांड एन इमीडिएट डिसमिसल। और मैं कहूँगा जे गवर्नर साहब ਨੂੰ कोई मुश्किल हो रही है, राष्ट्रपति जी सू मोटो एक्शन इस ते लैण और पंजाब दी, देश की डेमोक्रेसी ਨੂੰ बचाउण दा काम करन। नहीं तो इस तरीके दी नेरगर्दी, धक्केशाही कि किसानी ਨੂੰ नौकरी नहीं मिलती, किसान खुदकुशी परिवारां ਨੂੰ, बेरोजगार अध्यापकों ਨੂੰ नौकरी नहीं मिलती, मगर करोड़ांपति अरबांपतियां ਨੂੰ तरस के आधार पर किसी ਨੂੰ नायब तहसीलदार, किसी ਨੂੰ DSP और किसी ਨੂੰ इंस्पैक्टर की पोस्ट से भर्ती किया जा रहा। थोड़े कुछ सवाल जी बाकी आ, मैं थोड़ा सारे कागज दे ही दूंगा। और मैं ऑन रिकॉर्ड ये गल जरूर कहना चाहना, भावें पता नहीं तुसी अखबार दे लई पाता, कुछ वजीरां ने पाया रौला, मगर फिर मोहर क्यों लाई? गाह पा देंदे है जी कैबिनेट 'च। फिर मैं समझदा कि तुसी वाकई काम करके हो, मगर अंदर हाँ कर आए हो, बाहर आके लोगों को मूर्ख बनाने की कोशिश कर रहे हैं। लोगों ने इस तरह मूर्ख नहीं बनना। देखो पहली गल तो गवर्नर साहब आप उन्होंने, मैं तो सू मोटो की गल की है, जे किते उन्होंने सुनन च या वेखण च या पढ़न च कोई रह गया अंतर तो असीं जरूर मिलांगे।
ਜ਼ਰੂਰ ਮਿਲ ਕੇ ਕਵਾਂਗੇ ਕਿ ਇਹ ਤੋਂ ਸਪਸ਼ਟ ਕਰਪਸ਼ਨ ਹੋ ਕਿੱਥੇ ਸਕਦੀ ਹੈ। ਮਤਲਬ ਪਾਰ ਦੇਖੋ, ਇੱਕ ਗੱਲ ਹੈ, ਲੀਗਲਾਈਜ਼ ਕਰਤਾ ਕਰਪਸ਼ਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਔਰ ਕਾਂਗਰਸ ਪਾਰਟੀ ਨੇ। ਮਜੀਠੀਆ ਸਾਹਿਬ ਇੱਕ ਭਰਾ ਦੇ ਬੇਟੇ ਨੂੰ ਜੌਬ ਦੇਤੀ, ਦੂਜਾ ਖਿਲਾਫ ਬੋਲ ਰਿਹਾ ਹੈ, ਇਹਦਾ ਕੀ ਕਾਰਨ? ਕਿਹੜਾ ਜੀ? ਪ੍ਰਤਾਪ ਬਾਜਵਾ ਖਿਲਾਫ ਬੋਲੀ ਜਾ ਰਿਹਾ, ਛੋਟੇ ਆਪ ਸਿੰਘ ਬਾਜਵਾ ਕਹਿ ਰਹੇ हैं कि फतेह जंग ਕੰਸੈਂਟ ਤੋਂ ਬਿਨਾਂ ਨੌਕਰੀ ਦਿੱਤੀ ਨਹੀਂ ਜਾ ਸਕਦੀ। ਦੇਖੋ ਕੱਲ ਕਿਹਦੇ ਖਿਲਾਫ ਬੋਲੇ, ਜਿਹੜਾ ਮੈਂ ਉਹ ਪ੍ਰੈਸ ਕਾਨਫਰੰਸ ਵੇਖੀ ਸੀ, ਕਿਹਦੇ ਖਿਲਾਫ ਬੋਲੇ? उनसे जब ये सवाल किया गया तो उन्होंने कहा कि फतेह जंग से जाकर पूछिए, मेरा उससे कोई मतलब नहीं है, ना मैंने ਨਹੀਂ, कोई ਉਹਦੀ सिफारिश ਕੰਸੈਂਟ की, ना ਚਾਹੀਦੀ ਹੈ, ਉਹ ਫੈਮਿਲੀ ਮੈਂਬਰ ਹੈ। ਆ ਸੁਣ ਲਿਓ ਚੀਮਾ ਸਾਹਿਬ ਦੱਸ ਐਜ਼ ਪਰ ਰੂਲ ਜੇ ਜਾਇੰਟ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਮਿਲਣੀ ਹੈ, ਕਿਉਂਕਿ ਇਹ ਦਾਦੇ ਦੀ ਹੈ, ਤੁਸੀਂ ਬਣਾ ਰਹੇ, ਉਹਦੇ 'ਚ ਸਾਰੇ ਜਿਹੜੇ ਭਰਾ ਨੇ ਬਾਜਵਾ ਸਾਹਿਬ, ਫਤਿਹ ਜੰਗ, ਪ੍ਰਤਾਪ ਸਿੰਘ ਬਾਜਵਾ ਤੇ ਜਿਹੜੇ ਅਕਾਦਮੀ ਅਫਸਰ ਨੇ, ਸਾਰਿਆਂ ਦੀ ਪਹਿਲਾਂ ਕੰਸੈਂਟ ਚਾਹੀਦੀ ਹੈ ਕਿ ਸਾਡੇ ਬੱਚਿਆਂ ਨੂੰ ਠੀਕ ਠਾਕ ਇਹਨੂੰ ਦੇ ਦਿਓ। ਜਿਹੜੇ ਵੀ ਜੇ ਕਿਸੇ ਕੰਸੈਂਟ ਨਹੀਂ ਦਿੱਤੀ ਫਿਰ ਹੋਰ ਇਲੀਗਲ ਆ, ਤੁਹਾਨੂੰ ਫਿਰ ਮੈਂ ਇੱਕ ਹੋਰ ਇਲੀਗਲ ਹੈ। ਆ ਸਰਵਿਸ ਰੂਲ ਤੁਹਾਨੂੰ ਨਾ ਕਾਪੀ ਦੇ ਦੇਣਾ। ਮਤਲਬ ਕਿ ਜੇ ਦੋ ਭਰਾ ਹੈ, ਕਿਹੜੇ ਭਰਾ ਨੂੰ ਨੌਕਰੀ ਮਿਲਣੀ ਆ, ਉਹ ਦੂਜੇ ਨੂੰ ਲਿਖ ਕੇ ਦੇਣਾ ਪੈਣਾ ਕਿ ਮੈਨੂੰ ਕੋਈ ਢਿੱਡ ਪੀੜ ਨਹੀਂ, ਇਹਨੂੰ ਦੇ ਦਿਓ। ਹੁਣ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ, ਬਾਜਵਾ ਸਾਹਿਬ ਤਾਂ ਚਲੋ ਪਹਿਲਾਂ ਤਾਂ ਕੈਪਟਨ, ਕੱਲ ਤਾਂ ਸਿਰਫ ਐਕਸ ਉਹ ਜਿਹੜੇ IAS ਅਫਸਰ ਆ ਉਹਨਾਂ ਤੇ ਵਰੀ ਗਏ, ਉਹ ਤਾਂ ਬੋਲੇ ਹੀ ਨਹੀਂ ਕੁਝ। ਚਲੋ ਪਤਾ ਨਹੀਂ ਕੀ ਅੰਦਰ ਖਾਤੇ। ਸਰਕਾਰ ਆਉਣ ਤੇ ਐਕਸ਼ਨ ਲਓਗੇ ਤੁਸੀਂ? ਮੈਂ ਕਿਹਾ ਜੀ ਡਿਸਮਿਸ ਕਰਾਂਗੇ ਸਾਰਿਆਂ ਨੂੰ ਔਰ ਪਰਚਾ ਦੇਵਾਂਗੇ 100%। ਅੱਜ ਲਿਖ ਲਿਓ। ਕਾਂਗਰਸ ਕਹਿੰਦੀ ਹੈ ਕਿ ਅਕਾਲੀ ਦਲ ਨੂੰ ਇਸ ਤੋਂ ਕਿਉਂ ਤਕਲੀਫ ਹੋ ਰਹੀ ਹੈ, ਕਹਿੰਦੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ ਜੀ ਬਿਆਨਬਾਜ਼ੀ ਕਰਕੇ। ਕੌਣ ਕਹਿੰਦੀ ਹੈ? ਕਾਂਗਰਸ ਪਾਰਟੀ ਕਹਿ ਰਹੀ ਹੈ। ਅੱਛਾ ਜੀ, ਹੁਣ ਉਹਨਾਂ ਤੋਂ ਸਰਟੀਫਿਕੇਟ ਲਵਾਂਗੇ ਜਿਹੜੇ ਅਫੀਸ਼ੀਅਲ ਕਰਪਟ ਨੇ। ਇਸ ਲਈ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਕਾਂਗਰਸੀ, ਉਹਨਾਂ ਤੋਂ ਸਰਟੀਫਿਕੇਟ ਦੀ ਤਾਂ ਲੋੜ ਨਹੀਂ। ਸਾਡੀ ਤਾਂ ਪਹਿਲੀ ਮੰਗ ਹੈ ਗਵਰਨਰ ਸਾਹਿਬ ਕੋਲੋਂ ਤੇ ਰਾਸ਼ਟਰਪਤੀ ਸਾਹਿਬ ਕੋਲੋਂ। ਇਹਨਾਂ ਨੇ ਬੇਰੁਜ਼ਗਾਰ ਨੌਜਵਾਨ ਸ਼ਹੀਦ ਕੀਤੇ ਆ ਇਹਨਾਂ ਨੇ। ਔਰ ਦੂਜੀ ਗੱਲ, ਜਿਹੜੇ ਕਿਸਾਨਾਂ ਦਾ ਹੱਕ ਮੰਗਦੇ ਆ, ਜਿਨ੍ਹਾਂ ਦੇ ਪ੍ਰਤੀ ਇਹਨਾਂ ਦਾ ਵਾਅਦਾ ਸੀ, ਜਿਹੜੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਬੈਠੇ ਸ਼ਹੀਦ ਹੋਏ ਆ, ਉਹਨਾਂ ਪਰਿਵਾਰਾਂ ਨੂੰ ਪਹਿਲਾਂ ਨੌਕਰੀ ਦੇਣ। ਜਦ ਉਹਨਾਂ ਦੇ ਸਾਰੇ ਕਿਸਾਨਾਂ ਦੇ ਘਰ ਪੂਰੇ ਕਰਤੇ, ਬੇਰੁਜ਼ਗਾਰ ਅਧਿਆਪਕਾਂ ਦੇ ਕਰਤੇ, ਇਹਨਾਂ ਮੈਡਲ ਵਿਨਰਸ ਦੇ ਕਰਤੇ, ਓਲੰਪੀਅਨਸ ਦੇ ਕਰਤੇ, ਪੈਰਾ ਓਲੰਪੀਅਨਸ ਦੇ ਕਰਤੇ, ਉਸ ਤੋਂ ਬਾਅਦ ਇਹ ਭਾਵੇਂ ਰਾਹੁਲ ਗਾਂਧੀ ਨੂੰ ਦੇ ਦੇਣ ਤਰਸ ਦੀ ਨੌਕਰੀ, ਮੇਰੀ ਢਿੱਡ ਕੋ ਮੈਨੂੰ ਕੋਈ ਪ੍ਰੋਬਲਮ ਨਹੀਂ। ਜਿਹੜੇ ਘਰ ਘਰ ਰੋਜ਼ਗਾਰ ਦੇ ਹਾਂਜੀ, ਸੜਕਾਂ ਤੇ ਉਤਰੂਗਾ ਅਕਾਲੀ ਦਲ? ਲੱਗ ਜੇ ਉਹ ਪਤਾ ਤੁਹਾਨੂੰ 100% ਹੀ ਉਤਰੂਗਾ। ਜਿਹੜੇ ਘਰ ਘਰ ਰੋਜ਼ਗਾਰ ਦੇ ਮਜੀਠੀਆ ਸਾਹਿਬ, ਹਾਂਜੀ, ਜਿਹੜੇ ਘਰ ਘਰ ਰੋਜ਼ਗਾਰ ਦੇ ਫਾਰਮ ਭਰਾਏ ਗਏ ਸੀਗੇ, ਉਦੋਂ ਸਟਾਰਟਿੰਗ ਦੇ ਵਿੱਚ ਜਦ ਕਾਂਗਰਸ ਨੇ ਪਾਵਰ ਦੇ ਵਿੱਚ ਆਉਣਾ ਸੀਗਾ, ਤਾਂ ਲੱਗ ਰਿਹਾ ਵੀ ਉਹ ਨੌਜਵਾਨਾਂ ਦੇ ਨਾਲ ਵੀ ਧੋਖਾ ਕੀਤਾ ਗਿਆ ਹੈ। ਵੇਖੋ, ਮੈਂ ਸਭ ਤੋਂ ਅੱਜ ਅਪੀਲ ਕਰਦਾ ਤੁਹਾਡੇ ਰਾਹੀਂ ਕਿ ਜਿੰਨਾ ਵੀ ਨੌਜਵਾਨਾਂ ਕੋਲੋਂ 17 'ਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਖਲੋ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵੱਲ ਧੱਕ ਕੇ ਸਹੁੰ ਖਾਦੀ ਸੀ ਤੇ ਫਾਰਮ ਭਰਾਏ ਸਨ, ਅੱਜ ਉਹਨਾਂ ਕੋਲ ਵੱਡਾ ਮੌਕਾ ਹੈ ਕਿ ਆਪਦੇ ਜਿਨ੍ਹਾਂ ਨੇ ਤੁਹਾਡੇ ਤੋਂ ਫਾਰਮ ਭਰਾਏ ਉਹਨਾਂ ਨੂੰ ਘੇਰੋ ਔਰ ਅਖੀਰ 'ਚ ਆ ਕੇ ਵੱਡਾ ਧਾਵਾ ਕੈਪਟਨ ਅਮਰਿੰਦਰ ਸਿੰਘ ਤੇ ਇਹਨਾਂ ਦੇ ਵਜ਼ੀਰਾਂ ਦੇ ਖਿਲਾਫ ਬੋਲੋ ਕਿ ਫਾਰਮ ਤੁਸੀਂ ਭਰਦੇ ਰਹਿ ਗਏ ਤੇ ਨੌਕਰੀਆਂ ਆ ਕਰੋੜਪਤੀ ਅਰਬਾਪਤੀ ਲੈ ਗਏ। ਮਜੀਠੀਆ ਸਾਹਿਬ, ਕੱਲ ਨੂੰ ਜਿੱਥੇ ਨੌਕਰੀ ਦਿੱਤੀ ਗਈ ਹੈ ਜੀ MLA ਦੇ ਮੁੰਡਿਆਂ ਨੂੰ 2 ਮਾਰਚ ਨੂੰ, ਉੱਥੇ ਦੂਜੇ ਪਾਸੇ ਇੱਕ ਬੱਚੀ ਨੂੰ ਕਰਾਟੇ ਖੇਡਦੀ ਸੀ, ਨੈਸ਼ਨਲ ਪਲੇਅਰ ਹੈ ਜੀ, ਇੰਟਰਨੈਸ਼ਨਲ ਪਲੇਅਰ ਹੈ, 12,000 ਦੀ ਕੰਟਰੈਕਟ ਨੌਕਰੀ ਦਿੱਤੀ ਹੈ ਜੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਤਾਂ ਅੱਗੇ ਕਹਿ ਰਿਹਾ ਜੀ ਕਿ ਇਹ ਤਾਂ ਜੋ ਗਲਤ ਹੈ, ਇਹ ਜੋ ਕੁਝ ਹੋ ਰਿਹਾ। ਉਸ ਬੱਚੀ ਦਾ ਸਹਾਰਾ ਬਣੋਗੇ ਜੀ, ਕੁਝ ਅੱਗੇ ਕਾਰਵਾਈ ਕਰੋਗੇ? ਦੇਖੋ, ਮੇਰੀ ਫੇਰ ਉਹੀ ਮੈਂ ਗੱਲ ਹੀ ਇਸ ਤੋਂ ਸ਼ੁਰੂ ਕੀਤੀ ਸੀ ਮੇਰਾ ਵੀਰ, ਕਿ ਜਿਨ੍ਹਾਂ ਨਾਲ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ, ਕਿਸਾਨ ਪਰਿਵਾਰਾਂ ਦੇ ਨਾਲ ਮੈਨੀਫੈਸਟੋ 'ਚ ਜਿਹੜਾ ਵਾਅਦਾ ਕੀਤਾ ਸੀ ਖੁਦਕੁਸ਼ੀ ਵਾਲਿਆਂ ਨਾਲ, ਜਿਹੜੇ ਇਹ ਜੀਆਂ ਬੱਚੀਆਂ ਜਿਹੜੀਆਂ ਵਾਕਈ ਲੋੜਵੰਦ ਨੇ, ਜਿਨ੍ਹਾਂ ਦਾ ਚਾਚਾ ਤਾਇਆ ਭਾਪਾ ਕੋਈ MP ਜਾਂ ਵਜ਼ੀਰ ਨਹੀਂ, ਉਹਨਾਂ ਦੇ ਤਰਸ ਕਰੋ। ਤਰਸ ਦਾ ਮਤਲਬ ਸਮਝੋ, ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਕੀ ਕਹਿੰਦੀ ਹੈ, ਆਪਣੇ ਤੇ ਤਰਸ ਨਾ ਕਰੋ ਆਪਦੀ ਕੁਰਸੀ ਬਚਾਉਣ ਤੇ। ਇਹ ਤਾਂ ਸੈਲਫ ਤਰਸ ਹੋ ਗਿਆ ਕਿ ਮੇਰੀ ਕੁਰਸੀ ਤਾਂ ਬਚੂ ਜੇ ਮੈਂ ਇਹਨੂੰ ਨੌਕਰੀ ਦਊਂ, ਨਹੀਂ ਤਾਂ ਮੇਰੇ ਤੇ ਤਰਸ ਕਿਸੇ ਨੇ ਨਹੀਂ ਕਰਨਾ, ਮੇਰਾ ਮੁੱਖ ਮੰਤਰੀ ਦੀ ਕੁਰਸੀ ਖੋਹ ਲੈਣੀ। ਇਹ ਤਾਂ ਕਲੀਅਰ ਕੱਟ ਬ੍ਰੌਡ ਡੇਲਾਈਟ ਡਾਕਾ ਵੱਜ ਰਿਹਾ। ਡਾਕੂ ਮੰਗਲ ਛਾਂ ਛੋਟਾ ਪਾਤਾ ਇਹਨਾਂ ਨੇ ਤਾਂ। ਇਹ ਤਾਂ ਉਦਾਹਰਣ ਦਿਆ ਕਰਨਗੇ ਕਿ
ਡਾਕੂ ਮੰਗਲ ਸੌ ਤੋਂ ਬਾਅਦ ਇੱਕ ਵੱਡੇ ਡਾਕੂ ਆਏ ਸੀ ਜਿਨ੍ਹਾਂ ਨੇ ਦਿਨ ਦਿਹਾੜੇ ਕੈਬਨਿਟ ਦੀ ਮੋਹਰ ਨਾਲ ਡਾਕੇ ਮਰਵਾ ਰਹੇ ਹਾਂਜੀ ਆ ਇਹਨਾਂ ਨੂੰ ਪੁੱਛ ਲੈਣ ਦੇ ਯਾਰ ਵਿਚਾਰਾ ਦੇਖੋ ਅਸੀਂ ਇੱਕ ਅੱਧੇ ਦਿਨ 'ਚ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਇੱਥੇ ਵਿਸਥਾਰ ਪੂਰਵਕ ਪ੍ਰੈਸ ਕਾਨਫਰੰਸ ਕਰਾਂਗੇ ਮਗਰ ਮੈਂ ਮੋਟਾ ਤੁਹਾਨੂੰ ਇੱਕ ਦੱਸ ਦਿਆਂ ਕਿ EMPLOYEES ਨਾਲ ਕਿੱਡਾ ਵੱਡਾ ਧੋਖਾ ਤੇ ਧਰੋਹ ਕੀਤਾ। ਭਰਾਵਾ ਮੈਂ ਤੁਹਾਨੂੰ ਅੱਗੇ ਬੇਨਤੀ ਕਰਤੀ ਆ ਤੁਸੀਂ ਪਤਾ ਨਹੀਂ ਕਿਉਂ ਮਜੀਠੀਆ ਸਾਹਿਬ ਦੇ ਮਗਰ ਪਏ ਹੋ। ਮੈਂ ਤੁਹਾਨੂੰ ਅੱਗੇ ਬੇਨਤੀ ਕਰਤੀ ਕਿ ਸਾਡਾ ਚੋਣ ਮੈਨੀਫੈਸਟੋ ਜੋ ਬਣੂਗਾ ਉਹਨੂੰ ਇਨ ਬਿਨ ਲਾਗੂ ਕਰਾਂਗੇ ਔਰ ਤਰਸ ਦੇ ਆਧਾਰ ਤੇ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਨੂੰ ਦੇਵਾਂਗੇ। ਇਹ ਨਹੀਂ ਕਿ ਅਕਾਲੀ ਦਲ ਦੇ ਵਜ਼ੀਰਾਂ ਨੂੰ ਤੇ ਉਹਨਾਂ ਦੇ ਨਿਆਣਿਆਂ ਨੂੰ ਨਹੀਂ ਇਸ ਤਰ੍ਹਾਂ ਨੌਕਰੀ ਮਿਲਣੀ। ਅਸੀਂ ਉਸ ਸਰਕਾਰ ਦਾ ਹਿੱਸਾ ਰਹਿਣਾ ਪਸੰਦ ਨਹੀਂ ਕਰਾਂਗੇ ਜਿੱਥੇ ਇਹ ਕੁਝ ਹੋ ਰਿਹਾ। ਜਿਨ੍ਹਾਂ ਦਾ ਹੱਕ ਬਣਦਾ ਕਾਂਗਰਸ ਇੱਕ ਨਾ ਤੁਸੀਂ ਪਤਾ ਨਹੀਂ ਕੀ ਇਹ ਨਵਾਂ ਸਿਸਟਮ ਚੱਲ ਪਿਆ। ਚੰਗੀ ਗੱਲ ਹੈ ਸਵਾਲ ਕਰੋ ਤਿੱਖੀ ਸਵਾਲ ਕਰੋ ਮਗਰ ਆਪਾਂ ਅਸਲੀਅਤ ਕਰੀਏ ਕਿ ਅੱਜ ਕੀ ਹੈ। ਇਹ ਤਾਂ ਕੱਲ ਸਰਕਾਰ ਕਿਹਦੀ ਬਣੂਗੀ ਉਹਦੇ ਕੀ ਮੈਨੀਫੈਸਟੋ 'ਚ ਹੋਣਗੇ ਵਾਅਦੇ ਉਦੋਂ ਗੱਲ ਤੁਸੀਂ ਪੁੱਛ ਲਿਓ ਸਵਾਲ। ਅੱਜ ਜਿਹਦੀ ਬਣੀ ਹੈ ਉਹ ਦਿਨ ਦਿਹਾੜੇ ਜਿਹੜੇ ਡਾਕੇ ਮਾਰ ਰਿਹਾ ਸ਼ਰੇਆਮ ਕਰप्शन कर रहा है ਉਹਦਾ ਤਾਂ ਫਿਕਰ ਕਰ ਲਓ। आपने सर्विस रूल दिखा दी है आप कह रहे हैं कि इतना वायलेशन हो रहा है तो आप क्या मूक दर्शक बने रहेंगे। आप कह रहे हैं यूथ को सड़कों पर आना चाहिए इसके खिलाफ आवाज उठानी चाहिए तो यूथ अकाली दल भी तो एक पावरफुल ऑर्गेनाइजेशन है वो क्यों नहीं इस पे। आज यूथ अकाली दल वैसे पहले तो लड्डू बांट रहा जी बड़ा तगड़ा फैसला कर दिया। देखो एडे मतलब बेरोजगार सी जेड़ा 15 ਲੱਖ ਦੀ ਤਾਂ ਘੜੀ ਪਾਉਂਦੇ ਆ ਉਹਨਾਂ ਦੇ ਨਿਆਣੇ ਨੂੰ ਨੌਕਰੀ ਦੇਤੀ मतलब ਹੋਰ ਕੀ ਤੇ ਪਹਿਲਾਂ ਤਾਂ ਇਹਨਾਂ ਦੀ ਖੁਸ਼ੀ ਮਨਾ ਲਈਏ ਫਿਰ ਕੱਢਾਂਗੇ ਜਲੂਸ ਇਹਨਾਂ ਦਾ ਸੋਮਵਾਰ ਤੋਂ ਚੱਜ ਕੇ। ਇਹ ਜਿਸ ਦਿਨ ਨੌਕਰੀ ਜੇ ਹੁਣ ਅਸੀਂ ਮਾਨੀ ਬਣਾ ਲਿਆ ਕਿ ਜਿੱਥੇ ਵੀ ਇਹ ਨੌਕਰੀ ਕਰਦੇ ਉੱਥੇ ਜਾ ਕੇ ਰੌਲਾ ਪਾਵਾਂਗੇ। ਹੁਣ ਸ਼ੁਰੂ ਕਰਾਂਗੇ ਉਹ ਡਿਪਟੀ ਤੋਂ। ਮਜੀਠੀਆ ਸਾਹਿਬ ਯੂਥ ਕਾਂਗਰਸ ਦਾ ਪ੍ਰਧਾਨ ਬਰਿੰਦਰ ਢਿੱਲੋਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਐਮਐਲਏ ਨੌਕਰੀ ਮੰਗਣ ਗਏ ਸੀ ਉਹਨਾਂ ਨੂੰ ਸੋਚਣ ਦੀ ਲੋੜ ਸੀ। ਮੁੱਖ ਮੰਤਰੀ ਦੇ ਦਰਵਾਜ਼ੇ ਦੇ ਉੱਤੇ ਕੋਈ ਵੀ ਮੰਗਣ ਜਾਊਗਾ ਉਸ ਨੂੰ ਮੁੱਖ ਮੰਤਰੀ ਖਾਲੀ ਨਹੀਂ ਮੋੜਨਗੇ। ਤੇ ਬਰਿੰਦਰ ਢਿੱਲੋਂ ਨੂੰ ਕਹੀਂ ਕਿ ਸੋਨੀਆ ਗਾਂਧੀ ਨੇ ਕਿਹਾ ਫਿਰ ਇਹਨਾਂ ਨੂੰ ਦੇਣ ਲਈ ਤੇ ਸਰਕਾਰ ਤਦੇ ਬਚੂਗੀ। ਜੇ ਜਿਹੜਾ ਵਾਅਦਾ ਕੀਤਾ ਸੀ ਬਰਵਿੰਦਰ ਢਿੱਲੋਂ ਵਰਗਿਆਂ ਨੇ ਆ ਚੀਮਾ ਸਾਹਿਬ ਉਹਦੇ ਬਾਰੇ ਬੈਟਰ ਦੱਸ ਦੇਣਗੇ ਫਾਰਮ ਇਹਨੇ ਵੀ ਭਰਾਏ ਸੀ ਉਹਨਾਂ ਨੂੰ ਦੇਤੀ ਰੋਪੜ ਨੌਕਰੀ ਇਹਨਾਂ ਨੇ। ਜਿਨ੍ਹਾਂ ਨਾਲ ਨੌਕਰੀ ਦਾ ਵਾਅਦਾ ਹੋਇਆ ਖੁਦਕੁਸ਼ੀ ਜਿਨ੍ਹਾਂ ਦੇ ਪਰਿਵਾਰ ਕਰਕੇ ਉਹ ਹੱਕਦਾਰ ਨਹੀਂ। ਜਿਹੜੇ ਚੰਗੇ ਭਲੇ ਮਹੱਲਾਂ 'ਚ ਰਹਿ ਰਹੇ ਉਹ ਹੱਕਦਾਰ ਹੋ ਗਏ। नहीं ऐ तो बीबी जी तुसी थोड़ा ठीक है थोड़ा सवाल ਉਹਨੂੰ थोड़ा और तब्दील कर लो। ऐ तो कैप्टन साहब कह रहे मेरी कल्ली सरकार है जिन्हें 100% ही वायदे पूरे करते। 84.6 किया सीगा एक प्रैस बयान 'ਚ विधान सभा 'ਚ आके कहता 100% कहता पहली सरकार होनी दे पंजाब 'ਚ। ਹੁਣ ਉਹ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ मतलब ਉਹ ਤਾਂ ਮਰਦੀ ਕੀ ਨਾ ਕਰਦੀ ਉਹ ਤਾਂ ਹਾਲਾਤ ਬਣੇ ਪਏ ਆ ਤੇ ਉਹਨਾਂ ਦੇ ਬਾਰੇ ਘੱਟ ਹੀ ਜ਼ਿਕਰ ਕੀਤਾ ਜਾਵੇ ਤੇ ਚੰਗਾ। ਤੁਸੀਂ ਮੈਨੂੰ ਲੱਗਦਾ ਅੱਜ ਦਾ ਫਿਰ ਪੜਿਆ ਨਹੀਂ। ਉਹਨਾਂ ਨੇ ਵਾਪਸ ਲਾ ਲਿਆ। ਅੱਜ ਜੋ ਸਾਡੇ ਕੋਲ ਹੈ ਜੀ ਖਬਰ ਔਰ ਕੁਛ ਚੈਨਲਾਂ ਨੇ ਚਲਾਈਆਂ ਵੀ ਹੈ ਜੀ ਕਿ ਉਹ ਬੜਾ ਸਪਸ਼ਟ ਹੈ ਕਿ ਜਿਹੜਾ ਭਾਜਪਾ ਜਾਂ ਉਹਦੀ ਜਿਹੜਾ ਉਹਦੇ ਜਿਹੜਾ ਇਸ ਕਾਲੇ ਕਾਨੂੰਨਾਂ ਦੇ ਹੱਕ 'ਚ ਹੈ ਉਹਨਾਂ ਦਾ। ਦੇਖੋ ਮੈਂ ਕੱਲ ਬੇਨਤੀ ਕਰਦਿਆਂ ਅਸੀਂ ਪੰਜਾਬ ਦੇ ਲੋਕਾਂ ਨੇ ਸਾਨੂੰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਨਾਲ ਪਿੰਡਾਂ 'ਚ ਸ਼ਹਿਰਾਂ 'ਚ ਜਾ ਕੇ ਦੁੱਖ ਸੁੱਖ ਕਰਨਾ ਕਿ ਪੰਜਾਬ ਦੀ ਸੱਭਿਅਤਾ ਔਰ ਮੈਂ ਸਮਝਦਾ ਕਿਸਾਨ ਯੂਨੀਅਨ ਇਸ ਗੱਲ ਨੂੰ ਸਾਡੇ ਤੋਂ ਬਿਹਤਰ ਸਮਝਦੀ ਕਿ ਜਿਹੜੀ ਭਾਈਚਾਰਕ ਰਿਸ਼ਤੇ ਨੇ ਸਾਂਝ ਹੈ ਉਹਨੂੰ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜਾ ਫੈਸਲਾ ਹੋਇਆ ਸੀ ਤਦੇ ਉਹਨਾਂ ਨੇ ਆਪ ਤਬਦੀਲ ਕਰ ਲਿਆ। ਦੇਖੋ ਕਿਸੇ ਨੂੰ ਤੁਹਾਡੀ ਫੈਮਿਲੀ 'ਚ ਮੇਰੀ ਫੈਮਿਲੀ 'ਚ ਕਿਸੇ ਦੀ ਵੱਡਾ ਪਰਿਵਾਰ ਹੁੰਦਾ ਐਮਐਲਏ ਦਾ ਐਮਪੀ ਦਾ ਉਹਨੇ ਤਾਂ ਦੁੱਖ ਸੁੱਖ ਕਰਨ ਜਾਣਾ ਹੀ ਪੈਣਾ ਜੀ। ਇਹ ਥੋੜੀ ਕਿ ਆਪਦੇ ਰਿਸ਼ਤੇ ਤੋੜ ਦਿਆਂਗੇ। ਮਜੀਠੀਆ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਅਦਰ ਯੂਨੀਵਰਸਿਟੀ ਵਾਲੇ ਹੈਗਾ ਉਹਨੂੰ ਰੈਗੂਲਰ ਨਹੀਂ ਕਰ ਰਹੀ ਸਰਕਾਰ। ਉਹ ਮੈਂ ਨਾ ਉਹ ਮੁਲਾਜ਼ਮ ਦੀ ਗੱਲ ਦਾ ਦੱਸਣ ਲੱਗਿਆ ਸੀਗਾ ਤੁਸੀਂ ਵਿੱਚ ਅੱਜ ਮੂਡ ਹੈ ਨਹੀਂ।
ਦੂਜੇ ਪਾਸੇ ਜਿਹੜਾ ਬੇਅੰਤ ਸਿੰਘ ਦਾ ਪੋਤਾ ਹੈ ਉਹਦੀ ਗ੍ਰੈਜੂਏਸ਼ਨ ਦੀ ਡਿਗਰੀ ਵੀ ਨਹੀਂ ਹੈਗੀ, ਉਹਨੇ ਉਹਦੇ ਯੂਨੀਵਰਸਿਟੀ ਤੋਂ ਮੈਂ ਕਿਹਾ ਸਾਲ ਇਹ ਬਹੁਤ ਵਧੀਆ ਵੈਰੀ ਇੰਪੋਰਟੈਂਟ ਸਵਾਲ ਜੀ। ਦੇਖੋ ਇੱਕ ਹੋਰ ਕਮਾਲ ਦੀ ਗੱਲ ਇਸ ਅਪਾਇੰਟਮੈਂਟ 'ਚ ਵੇਖਣ ਨੂੰ ਮਿਲੀ ਹੈ, ਜਿਵੇਂ ਚੀਮਾ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ, ਪਹਿਲੀ ਗੱਲ ਤਾਂ ਨਿਆਣਾ ਜੰਮਿਆ ਨਹੀਂ ਸੀ ਤਾਂ ਨੌਕਰੀ ਦੇਤੀ, ਠੀਕ ਹੈ ਜੀ, ਸ਼ਾਇਦ ਹਲੇ ਵਿਆਹ ਵੀ ਨਹੀਂ ਹੋਇਆ ਸੀ, ਤੁਸੀਂ ਮਤਲਬ ਉਹ ਵੀ ਛੱਡ ਦਿਓ। ਫਿਰ ਅਗਲੀ ਗੱਲ ਤੁਸੀਂ ਵੇਖੋ ਕਿ ਜਿਹੜੇ ਨਿਆਣੇ ਨੂੰ ਨੌਕਰੀ ਦਿੱਤੀ ਉਹ ਕਰੋੜਾਪਤੀ ਬੰਦਾ। ਤੀਜੀ ਗੱਲ ਕਿ ਜਿਹੜੇ ਬੇਸਿਕ ਜਿਹੜੇ ਕੋਈ ਪੜ੍ਹਿਆ ਲਿਖਿਆ ਬੱਚਾ ਨੌਕਰੀ ਲੈਣ ਚਲੇ ਜਾਂਦਾ ਉਹਨੂੰ ਕਹਿੰਦੇ ਤੇਰੀ ਕੁਆਲੀਫਿਕੇਸ਼ਨ ਘੱਟ ਹੈ, ਇਹਦੇ 'ਚ ਕੁਆਲੀਫਿਕੇਸ਼ਨ ਵੀ ਨਹੀਂ ਪੂਰੀ ਸੀ ਕਈ ਕੇਸਾਂ 'ਚ, ਤਾਂ ਵੀ ਦੇਤੀ ਨੌਕਰੀ। ਤੇ ਜਿਹੜਾ ਬਰਾਈਟ ਸਟੂਡੈਂਟ ਹੈ, ਪੜ੍ਹਿਆ ਲਿਖਿਆ ਸਟੂਡੈਂਟ ਹੈ, ਹੋਣਹਾਰ ਬੱਚਾ ਜਾਂ ਬੱਚੀ ਹੈ, ਉਹਦੇ ਵੇਲੇ ਤਾਂ ਨੌਕਰੀ ਲਈ ਖਜ਼ਾਨੇ ਖਾਲੀ, ਖਜ਼ਾਨਾ ਮੰਤਰੀ ਦੇ। ਤੇ ਜਿਨ੍ਹਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਨਹੀਂ ਜਾਂ ਤਰਸ ਦੇ ਆਧਾਰ ਦੇ ਉਸ ਡਿਸਕ੍ਰਿਪਸ਼ਨ 'ਚ ਵੀ ਨਹੀਂ ਆਉਂਦੇ, ਤੇ ਫਿਰ ਵੀ ਉਹਨੂੰ ਨੌਕਰੀ ਮਿਲ ਰਹੀ ਹੈ। ਮਤਲਬ ਅਗਲੀ ਪੀੜ੍ਹੀ ਨਹੀਂ ਤੀਜੀ ਪੀੜ੍ਹੀ ਨੂੰ ਜਾ ਕੇ ਮਿਲ ਰਹੀ। ਕਮਾਲ ਹੋ ਗਈ ਯਾਰ। ਸੁਪਰੀਮ ਕੋਰਟ ਦੀ ਗਾਈਡੈਂਸ ਵੀ ਤੁਸੀਂ ਦਿਖਾ ਰਹੇ ਹੋ, ਕਿਆ ਤੁਸੀਂ ਇਸ ਚੈਲੰਜ ਵੀ ਦੋਗੇ ਕੋਰਟ ਦੇ? ਦੇਖੋ ਸਟੈਪ ਬਾਏ ਸਟੈਪ ਹੈ, 100% ਅਸੀਂ ਅੱਜ ਆਪਦੀ ਲੀਗਲ ਟੀਮ ਨੂੰ ਇਹ ਕੇਸ ਸਟੱਡੀ ਕਰਨ ਤੇ ਲਾਵਾਂਗੇ ਔਰ ਸਾਰੇ ਕੇਸ ਨੂੰ ਸਟੱਡੀ ਕਰਕੇ ਜੇ ਹੋਰ ਨਹੀਂ ਸਾਡੀ ਗੱਲ ਮੰਨੀ ਹੋਈ ਤਾਂ ਬਿਲਕੁਲ ਅਸੀਂ ਜਾ ਕੇ ਇਹਨਾਂ ਨਿਯੁਕਤੀਆਂ ਨੂੰ ਚੈਲੰਜ ਵੀ ਕਰਾਂਗੇ। ਬਾਕੀ ਅਸੀਂ ਸਮਝਦੇ ਕੋਰਟ ਦਾ ਫੈਸਲਾ, ਕਿਉਂਕਿ ਅੱਜ ਕੱਲ੍ਹ ਕੋਰਟ ਲੱਗ ਨਹੀਂ ਰਿਹਾ, ਉਹ ਦੇਰੀ ਹੋ ਸਕਦੀ ਹੈ, ਗੁਰੂ ਕਿਰਪਾ ਕਰੇ 22 'ਚ ਵੈਸੇ ਹੀ ਡਿਸਮਿਸ ਕਰਕੇ ਪਰਚਾ ਦੇ ਦਿਆਂਗੇ ਇਹਨਾਂ ਤੇ ਸਾਰਿਆਂ ਨੂੰ। ਹੈਂ ਇਹਨੇ ਓਏ ਤਦੇ ਤਾਂ ਇਹ ਦੱਸ ਰਿਹਾ ਮਿਲਣ ਤੋਂ ਪਹਿਲਾਂ ਕਿ ਮੈਂ ਤੇਰੇ ਕਾਕੇ ਨੂੰ ਪੱਪੂ ਨੂੰ ਵੀ ਤਰਸ ਤੇ ਨੌਕਰੀ ਦੇ ਸਕਦਾ, ਤੂੰ ਮੇਰੇ ਤੇ ਨਾ ਐਵੇਂ ਸ਼ੱਕ ਕਰ। ਦੇਖੋ ਪੇ ਕਮਿਸ਼ਨ ਦੀ ਪਹਿਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਪੇ ਕਮਿਸ਼ਨ ਲਾਗੂ ਕਰਨਾ ਸੀ 17 'ਚ, ਮਗਰ ਇੰਪਲੋਈਜ਼ ਪ੍ਰਤੀ ਬੇਈਮਾਨ ਸੋਚ ਐਡੀ ਤਗੜੀ ਹੈ ਕਿ ਉਸ ਕਮਿਸ਼ਨ ਨੂੰ ਐਕਸਟੈਂਡ ਕਰ ਕਰਕੇ ਈਵਨ ਜਦੋਂ ਵਿਧਾਨ ਸਭਾ ਦੇ ਅੰਦਰ ਵੀ ਇਹ ਗੱਲ ਆਖੀ ਕਿ ਅਸੀਂ ਅਪ੍ਰੈਲ ਤੋਂ ਜਾਂ ਜੂਨ ਤੋਂ ਇਹਨੂੰ ਲਾਗੂ ਕਰ ਦਿਆਂਗੇ, ਹੁਣ ਕਰਕੇ ਅੱਗੇ ਜੁਲਾਈ ਤੇ ਲੈ ਗਏ। ਔਰ ਜਿਹੜਾ ਵਾਅਦਾ ਕੀਤਾ ਉਹਦੇ ਵਾਸਤੇ ਪੈਸੇ ਇਹਨਾਂ ਨੇ ਕਿਹੜੇ ਸਾਲ ਦੇ ਦੇਣੇ, ਉਹਨੂੰ ਕਹਿੰਦੇ ਅਸੀਂ 16-17 ਦੇ ਦੇਵਾਂਗੇ, ਇੱਕ ਕਿਸ਼ਤ 16 ਦੀ ਦੇਣਗੇ ਤੇ ਅੱਗੇ ਚੋਣ ਆ ਜੂ। ਮਤਲਬ ਆਪ ਤਾਂ ਜ਼ਿੰਮੇਵਾਰੀ ਨਿਭਾ ਕੇ ਕੋਈ ਨਹੀਂ ਜਾਣਗੇ ਔਰ ਜਿਹੜੇ ਸਾਰੀ ਜ਼ਿੰਮੇਵਾਰੀ ਅਗਲੀ ਸਰਕਾਰ ਤੇ ਛੱਡ ਕੇ ਜਾਣਗੇ। ਆਪ ਇਹਨਾਂ ਨੇ ਕੱਖ ਨਹੀਂ ਕੀਤਾ, ਮਤਲਬ ਜਿਹੜੇ ਬਣਦੇ ਭੱਤੇ ਸੀ ਉਹਨੇ ਪੈਸੇ ਵੀ ਨਹੀਂ ਦੇ ਕੇ ਜਾਣਗੇ। ਔਰ ਜਿਹੜਾ ਹਾਂ ਮੈਂ ਉਹ ਗੱਲ ਕਹਿ ਰਿਹਾ, ਜੇ ਅਰੇਅਰਸ ਦਾ ਹੀ ਪੂਰਾ ਜੋੜ ਲਾ ਲਓ ਤੇ ਉਹੀ 5000 ਕਰੋੜ ਬਣਦਾ ਸੀ, ਮਗਰ ਇਹਨਾਂ ਦੇ ਹਿਸਾਬ ਨਾਲ ਤਾਂ 2500 ਕਰੋੜ ਕੱਲਾ ਦੇਣਗੇ, ਉਹ ਵੀ 16 ਦਾ ਤੇ 17 ਦਾ 18 ਦਾ 19 ਦਾ 20 ਦਾ 21 ਦਾ 22 ਦਾ ਜਿਹੜਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਅਗਲੀ ਸਰਕਾਰ ਦਊਗੀ। ਹਾਂ ਤੇ ਅਗਲੀ ਸਰਕਾਰ ਦਊਗੀ ਨਾ। ਇਹ ਇਹਨਾਂ ਨੇ ਕਿੱਥੇ ਹੁਣ ਇਲੈਕਸ਼ਨ ਕਮਿਸ਼ਨ ਕਿਵੇਂ ਇਹਨਾਂ ਕੋਲ ਤੋਂ ਪਤਾ ਇਹਨਾਂ ਨੇ ਬਣ ਜਾਣਾ, ਇਹਨਾਂ ਦਾ ਆਪ ਹੀ ਜਿੱਤ ਜਾਣ ਬੜੀ ਪ੍ਰਾਪਤੀ ਹੋਊ ਇਹਨਾਂ ਨੂੰ। ਔਰ ਦੂਜੀ ਗੱਲ, ਜਿਹੜੇ ਮੁਲਾਜ਼ਮ ਕੱਚੇ ਸੀ ਜਿਨ੍ਹਾਂ ਨੂੰ ਪੱਕੇ ਕਰਨਾ ਸੀ ਉਹਨਾਂ ਦਾ ਤਾਂ ਜ਼ਿਕਰ ਹੀ ਕਿੱਥੇ ਨਹੀਂ ਆਇਆ ਇਹਦੇ 'ਚ, ਉਹਨਾਂ ਤਾਂ ਠੱਗੀ ਮੱਚ ਗਈ ਸਿੱਧੀ। ਔਰ ਜਿਹੜੇ ਅਰੇਅਰਸ ਦੀ ਗੱਲ ਹੈ ਉਹ ਕਦੋਂ ਤੋਂ ਕਿਹੜੇ ਤੋਂ ਲੈਣਗੇ, ਅਰੇਅਰਸ ਜਦ ਪਿਛਲੇ ਨਹੀਂ ਦਿੱਤੇ ਉਹਦੇ ਨਾਲ ਸਾਰਾ ਸੈਲਰੀ ਤੇ ਇਫੈਕਟ ਜਾਣਾ, ਬੜੇ ਹੀ ਚੀਜ਼ਾਂ ਨੇ। ਇਸ ਲਈ ਅਸੀਂ ਇਹਨੂੰ ਇਨ ਡੈਪਥ, ਕਿਉਂਕਿ ਦੇਖੋ ਖਜ਼ਾਨਾ ਮੰਤਰੀ ਨੂੰ ਇੱਕ ਤਾਂ ਅਸੀਂ ਸਮਝ ਗਏ ਆ, ਉਹ ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਹੱਥ ਦੀ ਸਫਾਈ ਬੜੀ ਆ ਉਹਨਾਂ ਦੀ। ਹੁਣ ਇਹ ਤਾਂ ਮੁਲਾਜ਼ਮ ਵੀ ਵੇਖੂਗਾ ਕਿ ਉਹਦੇ ਹੱਥ ਦੀ ਸਫਾਈ 'ਚ ਜੇਬ 'ਚ ਕਿੰਨਾ ਨੁਕਸਾਨ ਹੋਇਆ, ਤੇ ਆਪੋਜੀਸ਼ਨ ਪਾਰਟੀਆਂ ਨੂੰ ਵੀ ਥੋੜਾ ਸਮਾਂ ਲੱਗੂਗਾ ਸਮਝ ਕੇ ਦੱਸਣਾ। ਬਾਅਦ 'ਚ ਹੀ ਹੁੰਦਾ ਨਾ, ਪੁਲਿਸ ਆਉਂਦੀ ਆ ਵੇਖਦੀ ਆ ਕਿੱਥੇ ਕਿੱਥੇ ਚੋਰੀ ਹੋਈ ਆ, ਕਿੱਥੋਂ ਬੜਿਆ, ਕਿੱਥੋਂ ਕੀ ਕੀਤਾ, ਕਿੰਨਾ ਗਿਆ ਸਮਾਨ, ਕਿੰਨਾ ਰਹਿ ਗਿਆ, ਉਹ ਤਾਂ ਤੁਹਾਨੂੰ ਦੱਸਾਂਗੇ ਹੁਣ ਸੋਮਵਾਰ ਮੰਗਲਵਾਰ ਨੂੰ। ਹਾਂਜੀ ਮੈਂ ਉਹ ਕਹਿ ਰਿਹਾ 5000 7000 ਕਰੋੜ ਤਾਂ ਇਕੱਲਾ ਡੀਏ ਦਾ ਹੀ ਪਿਆ ਹੋਇਆ ਸੀ ਪਹਿਲਾਂ, ਉਹ ਤਾਂ ਮੈਨੂੰ ਲੱਗਦਾ ਖੁਰਤ-ਬੁਰਤੀ ਹੋ ਗਿਆ ਕੰਮ ਵਿੱਚ। ਐਫਆਈਆਰ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਐਫਆਈਆਰ ਦਾ ਕੱਲ ਕੈਬਨਿਟ ਵਿੱਚ ਵੀ ਜ਼ਿਕਰ ਹੋਇਆ 10 ਜੁਲਾਈ 1987 ਦਾ, ਉਹਦੇ ਵਿੱਚ ਰਾਜ ਕੀ ਐਫਆਈਆਰ ਦੇ ਵਿੱਚ ਜਿਹਨੂੰ ਲੈ ਕੇ ਦੇਖੋ ਮੈਂ ਤੁਹਾਨੂੰ ਅੱਗੇ ਦੱਸਿਆ, ਤੁਸੀਂ ਸਾਨੂੰ ਰਾਜ ਪੁੱਛਦੇ ਹੋ, ਤੁਸੀਂ ਤ੍ਰਿਪਤ ਬਾਜਵਾ ਜੀ ਕੋਲ ਜਾਓ, ਉਹਨਾਂ ਦੇ ਘਰ ਦੇ ਤੁਸੀਂ ਜਿਹੜਾ ਪਿਆਰ ਨਾਲ ਮਨਾਓ ਤੇ ਉਹਨਾਂ ਨੇ ਸਾਰੇ ਰਾਜ ਖੋਲ ਦੇਣੇ। ਤ੍ਰਿਪਤ ਬਾਜਵਾ ਜੀ ਨੂੰ ਸਾਰੀ ਗੱਲ ਦਾ ਪਤਾ, ਔਰ ਮੈਨੂੰ ਅਫਸੋਸ ਹੈ ਕਿ ਪਤਾ ਹੁੰਦਿਆਂ ਵੀ ਦੇਖੋ ਇਹ ਸਹੁੰ ਖਾਦੀ ਇਹਨਾਂ ਨੂੰ ਕਿ ਅਸੀਂ ਸਹੀ ਗੱਲ ਕਰਾਂਗੇ,
ਸੱਚ ਜਾਣਦੇ ਹੋਏ ਵੀ ਅੰਦਰ ਇਹਨਾਂ ਨੇ ਉਹ ਸੱਚ ਨਹੀਂ ਰੱਖਿਆ। ਇੱਥੇ ਇਹਨਾਂ ਤੇ ਵੀ ਕਾਰਵਾਈ ਹੋਊਗੀ ਜੇ ਨਾ ਸੱਚ ਰੱਖਿਆ। ਇਹ ਪੁੱਛਿਆ ਜਾਊਗਾ ਇਹਨਾਂ ਨੂੰ, ਕਿਉਂਕਿ ਕਈ ਵਾਰੀ ਇਹ ਦੱਸ ਚੁੱਕੇ, ਕੈਪਟਨ ਸਾਹਿਬ ਆਪ ਚਿੱਠੀ ਲਿਖ ਚੁੱਕੇ ਸੋਨੀਆ ਗਾਂਧੀ ਨੂੰ। ਤੁਸੀਂ ਭੁੱਲ ਗਏ ਉਹ ਚਿੱਠੀ? ਇੱਕ ਚਿੱਠੀ ਲਿਖੀ ਸੀ ਨਾ, ਫਿਰ ਉਹ ਵੀ ਕੱਢ ਲਓ। ਥੈਂਕ ਯੂ। ਇੱਕ ਮਿੰਟ ਚੀਮਾ ਸਾਹਿਬ, ਇੱਕ ਬੇਨਤੀ ਆ ਚੀਮਾ ਸਾਹਿਬ, ਆਇਓ। ਇੱਕ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੱਜ ਇਹ ਜ਼ਰੂਰ ਪੰਜਾਬ ਸਰਕਾਰ ਕੋਲੋਂ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਿੱਡੀ ਵੱਡੀ ਸ਼ਖਸੀਅਤ ਸਰਦਾਰ ਮਿਲਖਾ ਸਿੰਘ ਜੀ ਸੀਗੇ, ਉਹਨਾਂ ਦੀ ਸ਼ਖਸੀਅਤ ਦੇ ਸਤਿਕਾਰ ਵਜੋਂ ਔਰ ਜਿੰਨਾ ਉਹ ਇੱਕ ਮੋਟੀਵੇਸ਼ਨਲ ਚਾਨਣ ਮੁਨਾਰਾ ਸਨ, ਆਉਣ ਵਾਲੀ ਪੀੜ੍ਹੀ ਵਾਸਤੇ ਇੰਸਪੀਰੇਸ਼ਨ ਸੀ, ਉਹਨਾਂ ਦੀ ਯਾਦ ਵਿੱਚ ਕੋਈ ਇਹ ਜੀ ਢੁਕਵੀਂ ਸਪੋਰਟਸ ਦੀ ਅਕੈਡਮੀ ਤਿਆਰ ਹੋਵੇ, ਜਿੱਥੇ ਆਉਣ ਵਾਲੇ ਸਮੇਂ 'ਚ ਕਈ ਬੱਚੇ ਬੱਚੀਆਂ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਦੇਸ਼ ਦਾ, ਪੰਜਾਬ ਦਾ ਨਾਂ ਰੌਸ਼ਨ ਕਰ ਸਕਣ। ਇਹ ਸਭ ਤੋਂ ਵੱਡਾ ਮੈਂ ਸਮਝਦਾ ਅੱਜ ਦੇ ਸਮੇਂ 'ਚ ਸਤਿਕਾਰ ਵਜੋਂ ਸਰਕਾਰਾਂ ਦਾ ਫਰਜ਼ ਬਣਦਾ ਕਿ ਇਹ ਕੰਮ ਕਰਨਾ ਚਾਹੀਦਾ ਔਰ ਕੈਬਨਿਟ ਇਮੀਡੀਏਟਲੀ ਬੁਲਾ ਕੇ ਇਸ ਨੂੰ ਅਨਾਉਂਸ ਕੀਤਾ ਜਾਵੇ। ਥੈਂਕ ਯੂ। ਸਟੇਡੀਅਮ ਬਣ ਰਿਹਾ ਉਹਦਾ ਨਾਂ ਹੀ ਰੱਖਦੇ ਹਨ।